अमरदास पदवंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद। श्री गुर शब्द कमाए जिन जीते पंच विकार तिन संतन को वंदना सिर चरणन परतार। एक ओंकारा सतगुरु तिह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहेगुरु साहिब जीओ। श्री अकाल जी सहाय। श्री वाहेगुरु जी की फतह। एक ओंकार सतगुर प्रसाद। अथ श्री गुरपुर प्रकाश ग्रंथ तृतीय महले। श्री सतगुरु अमरदेव जी की कथा प्रारंभ्यते। दोहरा उत्पत पाल सिंगार को जो सब विद समरथ। नमस्कार तेह को सदा महिमा जाय अकथ। श्री अकाल जी सहाय। श्री वाहिगुरु जी की फतह। एक ओंकार सतगुर प्रसाद। अथ श्री गुरपुर प्रकाश ग्रंथ तृतीय महले। श्री सतगुरु अमरदेव जी की कथा प्रारंभ्यते। दोहरा उत्पत पाल सिंगार को। वाहिगुरु जी का खालसा वाहिगुरु जी की फतेह। परम सत्कारयोग गुरु खालसा साध संत जी गुरु महाराज जी की बख्शिश रहमत दा सदका अमृत वेले तो सोहना सुंदर जीवन सजिया होया है। गुरबाणी स्वरूप सतगुरु जी की प्रकाश सेवा हुई है। गुरबाणी का जाप पाठ होया है। दूसरे पातशाह सतगुरु अमरदेव महाराज जी का महान पवित्र इतिहास लड़ीवार रूप में चल रहा सी। कल के दीवान में आपां इतिहास पढ़दे गुरु अंगद साहब महाराज जी का सचखंड गमन करन दा प्रसंग
ਉਸ ਤੋਂ ਉਪਰੰਤ ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਦਾਸੂ ਦਾਤੂ ਸ੍ਰੀ ਚੰਦ ਆਦਿਕ ਤਥਾ ਗੁਰਸਿੱਖਾਂ ਦੇ ਨਾਲ ਮਿਲ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਮਹਾਨ ਜਗ ਕੀਤਾ, ਮਹਾਨ ਕੀਰਤਨ ਕੀਤਾ, ਮਹਾਨ ਪੁੰਨਦਾਨ ਕੀਤਾ। ਉਹ ਸਾਰਾ ਹੀ ਪ੍ਰਸੰਗ ਆਪਾਂ ਬੜੇ ਵਿਸਥਾਰ ਨਾਲ ਸੁਣਿਆ ਸੀ। ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਸੰਗ ਇਤਿਹਾਸ ਰਾਹੀਂ ਆਪਾਂ ਪ੍ਰਾਰੰਭ ਕਰ ਰਹੇ ਹਾਂ। ਜਿਸ ਤਰ੍ਹਾਂ ਕਵੀ ਸੰਤ ਰੇਣ ਜੀ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਣੀ ਇਸ਼ਟਾਪਤੀ ਚੁਣਾਉਂਦਿਆਂ ਹੋਇਆ ਗੁਰੂ ਮਹਾਰਾਜ ਜੀ ਦੇ ਕੀਤੇ ਹੋਏ ਜਿਹੜੇ ਮੰਗਲ ਹੈ ਉਹਨਾਂ ਨੂੰ ਪਹਿਲ ਰੂਪ ਦੇ ਕੇ ਉਦੋਂ ਬਾਅਦ ਜਿਹੜੇ ਕਾਵਿ ਦੀ ਰਚਨਾ ਵਿੱਚ 10 ਪਾਤਸ਼ਾਹੀਆਂ ਦਾ ਮੰਗਲ ਕਰ ਰਹੇ ਹੈ, ਉਦੋਂ ਬਾਅਦ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਰਸਮ ਪ੍ਰਸੰਗ ਪ੍ਰਾਰੰਭ ਕਰ ਰਹੇ। ਉਹ ਜਿਵੇਂ ਸਾਰਾ ਹੀ ਖੋਲ ਕੇ ਮੰਗਲਾਂ ਦਾ ਪ੍ਰਸੰਗ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸੋਹਣਾ ਸੁੰਦਰ ਪ੍ਰਸੰਗ ਉਹ ਅੱਜ ਦੇ ਇਤਿਹਾਸ ਰਾਹੀਂ ਆ ਰਿਹਾ ਹੈ। ਉਹ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਅਕਾਲ ਜੀ ਸਹਾਏ। ਸੋਭਾ ਸੰਜੋਗਤ ਜੋ ਅਕਾਲ ਪੁਰਖ ਵਾਹਿਗੁਰੂ ਜੀ ਹੈ, ਉਸ ਜੋ ਸ਼ਬਦ ਹੀ ਸਹਾਇਕ ਹੁੰਦੇ ਹਨ, ਉਹ ਮੇਰੇ ਕਵੀ ਜੀ ਵੀ ਸਹਾਇ ਹੋਣ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸਹਾਇ ਮਾਨ ਜੋ ਵਾਹਿਗੁਰੂ ਜੀ ਹਨ, ਉਸ ਦੀ ਹਮੇਸ਼ਾ ਫਤਿਹ ਜਿੱਤ ਹੈ। ਕਵੀ ਕਹਿੰਦਾ ਐਸੇ ਵਾਹਿਗੁਰੂ ਜੀ ਮੈਨੂੰ ਵੀ ਫਤਿਹ ਬਖਸ਼ਣ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ, ਓੰਕਾਰ ਸਭ ਦਾ ਪ੍ਰਕਾਸ਼, ਸਭ ਦਾ ਰੱਖਕ ਹੈ। ਸਤਿਗੁਰੂ ਦੀ ਕਿਰਪਾ ਕਰਕੇ ਉਹ ਪ੍ਰਾਪਤ ਹੁੰਦਾ ਹੈ। ਉਹ ਮੰਗਲ ਕਰ ਰਹੇ ਵੀ ਐਸੇ ਵਾਹਿਗੁਰੂ ਸਤਿਗੁਰੂ ਦੀ ਕਿਰਪਾ ਹੋਵੇ, ਉਹਨਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋਵੇ। ਅਥ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ। ਹੱਥ ਹੁਣ ਇਸ ਤੋਂ ਉਪਰੰਤ ਤਿੰਨੇ ਮੰਗਲਾਂ ਤੋਂ ਬਾਅਦ ਜੋ ਸਵਾਏ ਮਾਨ ਸ਼ੋਭਾ ਵਾਲਾ ਗੁਰਪੁਰਬ ਪ੍ਰਕਾਸ਼ ਨਾਮ ਦਾ ਗ੍ਰੰਥ ਹੈ। ਤ੍ਰਿਤੀਯ ਮਹੱਲੇ ਸ੍ਰੀ ਸਤਿਗੁਰੂ ਅਮਰਦੇਵ ਜੀ ਕੀ ਕਥਾ ਪ੍ਰਾਰੰਭਯਤੇ। ਉਸ ਗ੍ਰੰਥ ਦੇ ਵਿੱਚ ਤੀਸਰੇ ਮਹੱਲੇ ਤੀਸਰੇ ਸਰੂਪ ਦੀ ਜੋ ਸ਼ੋਭਾ ਸੰਯੋਗ ਸਤਿਗੁਰੂ ਅਮਰਦੇਵ ਮਹਾਰਾਜ ਜੀ ਹਨ, ਉਹਨਾਂ ਦੀ ਜਿਹੜੀ ਕਥਾ ਹੈ ਉਹ ਪ੍ਰਾਰੰਭ ਕਰਦੇ ਹਾਂ, ਸ਼ੁਰੂ ਕਰਦੇ ਹਾਂ। ਦੋਹਰਾ ਉਤਪਤ ਪਾਲ ਸਿੰਘਾਰ ਕੋ। ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ, ਉਹਦੀ ਮਹਿਮਾ ਦਾ ਮੰਗਲ ਕਰਨ ਵਾਲ ਲੱਗੇ ਵੀ ਉਹ ਕੈਸਾ ਸਮਰੱਥਾ ਵਾਲਾ ਹੈ, ਕੈਸਾ ਮਹਾਨ ਹੈ। ਜਿਹੜਾ ਸੰਸਾਰ ਨੂੰ ਉਤਪਤ ਕਰਨਾ, ਪੈਦਾ ਕਰਨਾ, ਫਿਰ ਸੰਸਾਰ ਦੀ ਪਾਲਣਾ ਕਰਨੀ, ਇਸੇ ਤਰ੍ਹਾਂ ਸੰਸਾਰ ਨੂੰ ਸੰਘਾਰ ਕਰ ਦੇਣਾ, ਖਤਮ ਕਰ ਦੇਣਾ। ਜੋ ਸਭ ਵਿਦ ਸਮਰੱਥ। ਜੋ ਇਹ ਤਿੰਨਾਂ ਦੇ ਵਿੱਚ ਹੀ ਸਭ ਤਰ੍ਹਾਂ ਕਰਕੇ ਤਾਕਤਵਰ ਹੈ, ਸਰਵ ਕਲਾ ਸਮਰੱਥ ਹੈ। ਉਹ ਜੋ ਚਾਹੇ ਪੈਦਾ ਵੀ ਕਰ ਸਕਦਾ ਹੈ, ਇਹ ਚਾਹੇ ਤਾਂ ਪਾਲਣਾ ਪੋਸ਼ਣਾ ਵੀ ਕਰਦਾ ਹੈ, ਇਹ ਚਾਹੇ ਉਹਨੂੰ ਮਾਰ ਵੀ ਸਕਦਾ, ਸੰਸਾਰ ਨੂੰ ਖਤਮ ਵੀ ਕਰ ਸਕਦਾ ਹੈ। ਨਹੀਂ, ਹੁਣ ਬ੍ਰਹਮਾ ਉਤਪੱਤਾ ਕਰ ਸਕਦਾ, ਪਾਲ ਪਾਲਣਾ ਪੋਸ਼ਣਾ ਨਹੀਂ ਕਰ ਸਕਦਾ, ਵਿਸ਼ਨੂੰ ਕਰਦਾ ਹੈ। ਵਿਸ਼ਨੂੰ ਪਾਲਣਾ ਪੋਸ਼ਣਾ ਤਾਂ ਕਰਦਾ, ਸੰਘਾਰ ਨਹੀਂ ਕਰਦਾ।
ਉਹ ਤਿੰਨ ਇੱਕ ਉਤਪਤ ਕਰਨ ਵਿੱਚ ਸਮਰੱਥ ਹੈ, ਦੂਜਾ ਪਾਲਣ ਵਿੱਚ, ਤੀਸਰਾ ਮਾਰਨ ਵਿੱਚ। ਪਰ ਜਿਹੜਾ ਇਹ ਤਿੰਨਾਂ ਦਾ ਮਾਲਕ ਹੈ ਨਾ, ਕੋਈ ਤਿੰਨਾਂ ਨੂੰ ਪੈਦਾ ਕਰਨ ਵਾਲਾ ਵੀ ਹੈ, ਤਿੰਨਾਂ ਦਾ ਪਾਲਣਾ ਵੀ ਕਰਨ ਵਾਲਾ, ਇਹਨਾਂ ਨੂੰ ਮਾਰਨ ਵਾਲਾ ਵੀ ਹੈ। ਉਹ ਕਾਲਨ ਕੋ ਕਾਲ, ਮਹਾਕਾਲਨ ਕੋ ਕਾਲ ਹੈ। ਇਸ ਕਰਕੇ ਜੋ ਸਭ ਤਰ੍ਹਾਂ ਕਰਕੇ ਬੜਾ ਤਾਕਤ ਵਾਲਾ, ਜੋ ਚਾਹੇ ਜੋ ਕਰ ਸਕਦਾ ਹੈ। ਨਮਸਕਾਰ ਤੇਹ ਕੋ ਸਦਾ। ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਕਵੀ ਵੱਲੋਂ ਹਮੇਸ਼ਾ ਨਮਸਕਾਰ ਹੈ। ਮਹਿਮਾ ਜਾਏ ਅਕਥ। ਇਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮਹਿਮਾ ਹੈ, ਵਡਿਆਈ ਹੈ, ਉਹ ਕਥਨ ਤੋਂ ਬਾਹਰੀ ਹੈ। ਕਥਨ ਤੋਂ ਰਹੇ ਤਾਂ ਉਹਨੂੰ ਕੋਈ ਪੂਰੀ ਕਥਾ ਨੂੰ ਬਿਆਨ ਨਹੀਂ ਕਰ ਸਕਦਾ ਹੈ। ਧਰਿਓ ਰੂਪ ਤੇਹ ਆਏ ਜਗ। ਉਸ ਵਾਹਿਗੁਰੂ ਨੇ ਹੀ ਸੰਸਾਰ ਦੇ ਵਿੱਚ ਆ ਕੇ ਧਾਰਨ ਕੀਤਾ ਸਰੂਪ। ਨਾਨਕ ਗੁਰੂ ਕਹਾ। ਇਹ ਆਪਣਾ ਜਿਹੜਾ ਸਰੂਪ ਹੈ, ਉਸਦਾ ਨਾਮ ਗੁਰੂ ਨਾਨਕ ਸਾਹਿਬ ਕਰਕੇ ਕਹਾਇਆ, ਖਵਾਇਆ। ਵਿਘਨ ਵਿਨਾਸ਼ਨ ਜੋ ਸਦਾ। ਐਸੇ ਜੋ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ, ਉਹ ਹਮੇਸ਼ਾ ਜੋ ਵਿਘਨਾਂ ਨੂੰ ਨਾਸ਼ ਕਰਨ ਵਾਲੇ ਹਨ। ਬੰਦੋਂ ਪਾਵਨ ਪਾਵ। ਉਹਨਾਂ ਦੇ ਪਵਿੱਤਰ ਚਰਨਾਂ ਨੂੰ ਨਮਸਕਾਰ ਕਰਦਾ ਕਵੀ ਸੰਤ ਰੇਣ। ਅਜਰ ਜਰਨ ਧੀਰਜ ਧਰਨ। ਉਹਨਾਂ ਦੇ ਗੁਰਤਾ ਗੱਦੀ ਉੱਪਰ ਸਿੰਘਾਸਣ ਪਰ ਬਿਰਾਜਣ ਵਾਲੇ, ਜੋ ਅਜਰ ਸ਼ਕਤੀਆਂ ਨੂੰ ਜਰਨ ਵਾਲੇ ਹੈ, ਚਰਕੇ ਰੱਖਣ ਵਾਲੇ ਹੈ, ਬੜੇ ਧੀਰਜ ਧਾਰੀ ਹੈ, ਧੀਰਜ ਰੱਖਣ ਵਾਲੇ ਹੈ। ਤਪੇ ਵਰਗੇ ਜੋ ਮਰਜੀ ਚੰਗਾ ਮੰਦਾ ਕਹੀ ਜਾਣ, ਕੋਈ ਉਹ ਡਾਵਾ ਡੋਲ ਨਹੀਂ ਹੁੰਦੇ ਹਨ। ਦੇਤ ਸ਼ਰਨ ਜਨ ਦਾਨ। ਆਪਣੇ ਸੇਵਕਾਂ ਨੂੰ, ਦਾਸਾਂ ਨੂੰ ਸ਼ਰਨ ਰੂਪ ਕਹਿੰਦੇ ਦਾਨ ਦਿੰਦੇ, ਆਪਣੀ ਸ਼ਰਨ ਮੁਕਤੀ ਦਿੰਦੇ ਹਨ। ਸ੍ਰੀ ਅੰਗਦ ਸੁਖ ਸਾਧਨ ਕੋ। ਐਸੇ ਸ਼ੋਭਾ ਸੰਯੁਕਤ ਗੁਰੂ ਅੰਗਦ ਸਾਹਿਬ ਜੋ ਸੁਖਾਂ ਦੇ ਘਰ ਹਨ, ਉਹਨਾਂ ਨੂੰ ਬੰਦਨ ਕਰੂੰ ਮਹਾਨ। ਮੈਂ ਮਹਾਨ ਬਹੁਤ ਦੀ ਬਾਰੀ ਨਮਸਕਾਰ ਕਰਦਾ। ਜੈਸੇ ਜੇ ਮਹਾਨ ਸਤਿਗੁਰੂ ਅੰਗਦ ਸਾਹਿਬ ਹੈ, ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਅਤ ਉਦਾਰ ਬਖਸ਼ਤ ਪ੍ਰਭੂ। ਉਹਨਾਂ ਦੇ ਤਖਤ ਉੱਪਰ ਬੈਠਣ ਵਾਲੇ ਜੋ ਬਹੁਤ ਸਖੀ ਦਾਤੇ ਹੈ, ਬਖਸ਼ਾਂ ਕਰਨ ਵਾਲੇ ਹੈ ਮਾਲਕ। ਦੋਨੋਂ ਲੋਕ ਆਨੰਦ। ਆਪਣੇ ਸਿੱਖ ਸੇਵਕਾਂ ਨੂੰ ਦੋਲਾਂ ਲੋਕਾਂ ਵਿੱਚ ਹੀ ਆਨੰਦ ਬਖਸ਼ਣ ਵਾਲੇ। ਅਮਰਦਾਸ ਸ੍ਰੀ ਸਤਿਗੁਰੂ। ਤੀਸਰੇ ਪਾਤਸ਼ਾਹ ਸੋਭਾ ਵਾਲੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ। ਬੰਦੋਂ ਜੁਗ ਕਰ ਬੰਦ। ਉਹਨਾਂ ਨੂੰ ਵੀ ਮੈਂ ਦੋਵੇਂ ਹੱਥ ਜੋੜ ਕੇ ਹਵਨ ਕੇ ਬੰਦੋ ਨਮਸਕਾਰ ਕਰਦਾ ਹਾਂ। ਤਰਾਸ ਵਿਨਾਸ਼ ਉਪਾਸ਼ਕਨ। ਚੌਥੇ ਪਾਤਸ਼ਾਹ ਸਭ ਤਰ੍ਹਾਂ ਦਾ ਡਰ ਜਿਹੜਾ ਉਹਨੂੰ ਖਤਮ ਕਰਨ ਵਾਲੇ, ਆਪਣੇ ਭਗਤੀ ਕਰਨ ਵਾਲੇ ਉਪਾਸ਼ਕਾਂ ਦਾ, ਜਗਿਆਸੂਆਂ ਦਾ, ਸਿੱਖ ਸੇਵਕਾਂ ਦਾ। ਪੁਰ ਹੈ ਦਾਸ ਗਨ ਆਸ। ਦਾਸ ਉਹਨਾਂ ਦੀਆਂ ਆਸਾਂ ਵੀ ਜੋ ਪੂਰੀਆਂ ਕਰਨ ਵਾਲੇ। ਰਾਮਦਾਸ ਸੁਖ ਰਾਸ ਕੋ। ਜੋ ਗੁਰੂ ਰਾਮਦਾਸ ਸਾਹਿਬ ਸੁਖਾਂ ਦੇ ਖਜ਼ਾਨਾ ਰੂਪ ਹੈ, ਉਹਨਾਂ ਨੂੰ ਨਮੋ ਹੁਲਾਸ ਪ੍ਰਕਾਸ਼। ਨਵੀਂ ਕਹਿੰਦੇ ਕਵੀ ਨਮਸਕਾਰ ਕਰਦਾ ਹਾਂ, ਜੋ ਬੜੇ ਭਾਰੀ ਹੁਲਾਸ ਨੂੰ, ਆਨੰਦ ਨੂੰ ਪ੍ਰਗਟ ਕਰਨ ਵਾਲੇ ਹੈ ਗੁਰਸਿੱਖਾਂ ਸੇਵਕਾਂ ਦੇ ਹਿਰਦੇ ਵਿੱਚ। ਸ੍ਰੀ ਅਰਜਨ ਸਿਰਜਨ ਆਨੰਦ। ਸਵਾਏ ਮਾਨ ਗੁਰੂ ਅਰਜਨ ਦੇਵ ਜੀ ਹੈ, ਜੋ ਆਨੰਦ ਜਿਹੜਾ ਉਹਨੂੰ ਤਰਜਨ ਵਾਲੇ ਹਨ। ਤਰਜਨ ਜਨਨ ਵਿਕਾਰ। ਦਾਸ ਉਹਨਾਂ ਦੇ ਵਿਕਾਰਾਂ ਨੂੰ ਤਾੜ ਕੇ ਭਜਾ ਦੇਣ ਵਾਲੇ। ਵਰਜਨ ਦੁਰਜਨ ਤੇਜ ਕੋ। ਕੋਟੇ ਪੁਰੇ ਸ਼ਾਨਾਂ ਦੇ ਤੇਜ ਪ੍ਰਤਾਪ ਨੂੰ ਆਪਣੀ ਸ਼ਹੀਦੀ ਦੇ ਕੇ ਰੋਕ ਦੇਣ ਵਾਲੇ ਹਨ। ਤਿੰਨ ਪਗ ਰਜ ਸਿਰ ਧਾਰ। ਉਹਨਾਂ ਦੇ ਚਰਨਾਂ ਦੇ, ਜਿਹੜੀ ਚਰਨਾਂ ਦੀ ਧੂੜ ਹੈ, ਆਪਣੇ ਮੈਂ
ਸੀਸ ਤੇ ਧਾਰਨਾ ਸਿਰ ਤੇ ਲਾਉਣਾ। ਪੀਰੀ ਮੇਰੀ ਜੁਗਨ ਕੀ ਆ ਪੀਰਾਂ ਦੀ ਪੀਰੀ ਪਾਤਸ਼ਾਹਾਂ ਦੀ ਪਾਤਸ਼ਾਹੀ ਇਹ ਦੋਵਾਂ ਦੀ। ਜੁਗ ਤਲਵਾਰਨ ਧਾਰ ਇਹਨਾਂ ਨੇ ਦੋ ਤਲਵਾਰਾਂ ਧਾਰਨ ਕਰਕੇ ਕਹਿੰਦੇ ਇਹ ਲੈ ਲੀਆਂ ਪੀਰਾਂ ਦੀ ਪੀਰੀ ਖੋਲੀ, ਪਾਤਸ਼ਾਹਾਂ ਦੀ ਪਾਤਸ਼ਾਹੀ ਅਧੀਨ ਕਰ ਲਈ, ਆਪਣੇ ਕੰਟਰੋਲ ਜਿਹਨੂੰ ਮਰਜ਼ੀ ਚਾਹੁਣ ਪੀਰੀ ਪੁਣਾ ਦੇ ਦੇਣ, ਜਿਹਨੂੰ ਚਾਹੁਣ ਪਾਤਸ਼ਾਹੀ ਬਖਸ਼ਣ। ਇਹ ਦੋ ਤਲਵਾਰਾਂ ਰਾਹੀਂ ਆਪਣੇ ਅਧੀਨ ਕਰ ਲਈ ਆਪ ਜੀ ਨੇ। ਐਸੇ ਹਰ ਗੋਬਿੰਦ ਗੁਰ ਐਸੇ ਜੋ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਨ। ਬੰਦੋਂ ਬਾਰੰਬਾਰ ਮੈਂ ਕਵੀ ਉਹਨਾਂ ਨੂੰ ਬਾਰ-ਬਾਰ ਨਮਸਕਾਰਾਂ ਕਰਦਾ ਹਾਂ। ਹਰੀ ਰਾਏ ਜਿਨ ਆਖੇ ਹੈ ਇਹ ਸਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਬੜਾ ਸੋਹਣਾ ਨਾਮ ਹੈ। ਰੰਕ ਕਰੇ ਜਿਨ ਰਾ ਨੇ ਉਹ ਕਾਲੇ ਜਿਹੜੇ ਕੰਗਾਲ ਜੇ ਢਿੱਡ ਵਜਾਉਂਦੇ ਸੀ, ਬਚਨ ਕਰਕੇ ਰਾਜੇ ਮਹਾਰਾਜੇ ਬਣਾਤੇ। ਅਸ ਸਤਿਗੁਰ ਕੇ ਪਦ ਪਦਮ ਐਸੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਜੋ ਕਵਲ ਵਰਗੇ ਚਰਨ ਹਨ। ਬੰਦਨ ਹੋਏ ਹਮਾਰ ਕਿ ਮੈਂ ਕਵੀ ਵੱਲੋਂ ਨਮਸਕਾਰ ਹੋਵੇ ਉਹਨਾਂ ਚਰਨਾਂ ਨੂੰ। ਲਾਲ ਮ੍ਰਿਦੁਲ ਅਤ ਲਲਤ ਜੁਗ ਬੜੀ ਲਾਲੀ ਸਹਿਤ ਬਹੁਤ ਹੀ ਕੋਮਲ ਅਤੇ ਦੋਵੇਂ ਬੜੇ ਲਲਚਕੀਏ ਸੁੰਦਰ। ਕੰਜਨ ਸਮ ਗੁਰ ਪਾ ਇਹ ਅੱਠਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਚਰਨ ਹਨ ਉਹ ਕਵਲ ਦੇ ਸਮਾਨ ਹਨ, ਬੜੇ ਕੋਮਲ ਤੇ ਬਹੁਤ ਲਾਲੀ ਸਹਿਤ, ਪ੍ਰੇਮ ਦੀ ਲਾਲੀ ਸਹਿਤ। ਚਰਨ ਗੁਰੂ ਹਰਿ ਕ੍ਰਿਸ਼ਨ ਕੇ ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋ ਪਵਿੱਤਰ ਚਰਨ ਹਨ। ਅਲ ਮਲ ਮਿਲ ਸੁਖ ਪਾ ਮੇਰਾ ਮਨ ਰੂਪੀ ਜਿਹੜਾ ਭੋਰਾ ਮਿਲ ਕੇ ਸੁਖ ਪਾਵੇ ਜਾਂ ਸੁਖ ਪਾ ਰਿਹਾ ਹੈ। ਚਾਦਰ ਭੇ ਹਿੰਦਵਾਨ ਕੀ ਜਿਹੜੇ ਤੇਗ ਬਹਾਦਰ ਸਾਹਿਬ ਮਹਾਰਾਜ ਜਿੰਨੇ ਹਿੰਦੂ ਲੋਕ ਹੈ ਇਹਨਾਂ ਦਾ ਪੜਤਾ ਢਕਣ ਵਾਸਤੇ ਚਾਦਰ ਵੱਤ ਹੋਏ। ਬਾਦਰ ਆਨੰਦ ਉਦੋਤ ਲੋਕਾਂ ਨੂੰ ਆਨੰਦ ਦੇਣ ਲਈ ਆਪ ਜੀ ਬੱਦਲ ਵਾਂਗੂ ਪ੍ਰਗਟ ਹੋਏ। ਤੇਗ ਬਹਾਦਰ ਗੁਰ ਨਮੋ ਐਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੈਂ ਕਵੀ ਵੱਲੋਂ ਨਮਸਕਾਰ ਹੈ। ਸਿਮਰੇ ਹਾਦਰ ਹੋਤ ਜਿੱਥੇ ਵੀ ਸਿਮਰੀਏ ਯਾਦ ਕਰੀਏ ਉੱਥੇ ਹਾਜ਼ਰ ਹੋ ਜਾਂਦੇ। ਜੇ ਮੁਖਣ ਸ਼ਾਹ ਦੀ ਸਹਾਇਤਾ ਕਰਨ ਲਈ ਉਹ ਸਮੁੰਦਰੀ ਸਾਜ ਵਿੱਚ ਸਹਾਇਤਾ ਲਈ ਜਾ ਪੁਜੇ ਸਨ। ਕਰੇ ਸਿਆਲ ਤੇ ਸਿੰਘ ਜਿਨ ਇਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਬਾਟੇ ਦਾ ਅਮਰ ਛਕਾ ਕੇ ਜਿਹੜੇ ਗਿੱਦੜਾਂ ਵਰਗੇ ਟਰਪੋਕ ਸੀ ਉਹਨਾਂ ਨੂੰ ਸ਼ੀਰਾਂ ਵਰਗੇ ਮਹਾਨ ਸੂਰਬੀਰ ਨਿਰਭੈ ਯੋਧੇ ਬਣਾ ਦਿੱਤਾ। ਰਾਈ ਮੇਰ ਬਨਾ ਰਾਏ ਕਿ ਜਿੰਨੇ ਸੀ ਭੋਰਾ ਜੀ ਸੇ ਨੀਵੇਂ ਕਮਜ਼ੋਰ ਸੀ ਉਹਨਾਂ ਨੂੰ ਸਮੇਰ ਪਰਵਤ ਕਰਕੇ ਮਹਾਨ ਬਣਾ ਦਿੱਤਾ। ਆਸ ਸ੍ਰੀ ਗੋਬਿੰਦ ਸਿੰਘ ਗੁਰੂ ਐਸੇ ਜੋ ਸੋਭਾ ਵਾਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੰਦੋਂ ਬੇਗਨ ਬਿਲਾ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਜੋ ਮੈਂ ਕਵੀ ਦੇ ਜਿੰਨੇ ਆ ਕਵਿਤਾ ਵਿੱਚ ਵਿਘਨ ਪੈਣ ਵਾਲੇ ਉਹਨਾਂ ਨੂੰ ਦੂਰ ਕਰਨਾ। ਹਰੀ ਪ੍ਰੇਮ ਤਬ ਦਾਸ ਸਨ ਜਿਹੜਾ ਪ੍ਰੇਮ ਸਿੰਘ ਹੈ ਤੁਝੋਂ ਜਿਹੜਾ ਦਾਸ ਹੈ ਉਹ ਉਸਦੇ ਸਥਾਨ ਕੀਏ ਸਾਥ ਕਹਿਓ ਬਚਨ ਇਸ ਪਾਏ। ਸੰਤਰੇ ਕਵੀ ਨੇ ਇਸ ਤਰ੍ਹਾਂ ਦਾ ਬਚਨ ਕਿਹਾ। ਦਰਸਾਏ ਜੁਗ ਮਹਿਲ ਜਸ ਇਹ ਕਵੀ ਤੁਸੀਂ ਦੋ ਜਿਹੜੇ ਮਹਿਲ ਹੈ ਦੋ ਸਰੂਪ ਉਹਨਾਂ ਦੇ ਸਰਵਣ ਦਰਸ਼ਨ ਕਰਾ ਦਿੱਤੇ। ਤਸ ਤੀਸਰ ਦਰਸਾ ਹੁਣ ਜਿਹੜੇ ਤੀਸਰੇ ਸਰੂਪ ਗੁਰੂ ਹਰਿ ਸਾਹਿਬ ਉਹਨਾਂ ਦੇ ਵੀ ਦਰਸ਼ਨ ਸਰਵਣ ਦਰਸ਼ਨ ਕਰਾਈਏ। ਇੱਕ ਹੁੰਦੇ ਹੈ ਪ੍ਰਤੱਖ ਦਰਸ਼ਨ, ਇੱਕ ਸੁਪਨ ਦਰਸ਼ਨ, ਇੱਕ ਇਸੇ ਤਰ੍ਹਾਂ ਸਰਵਣ ਦਰਸ਼ਨ ਵੀ, ਇੱਕ ਚਿੱਤਰ ਦਰਸ਼ਨ ਵੀ ਹੈ। ਵੀ ਹੁਣ ਸਰਵਣ ਦਰਸ਼ਨ ਕਰਾਈਏ। ਆ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦਾ ਆਪਾਂ ਪ੍ਰਸੰਗ ਸੁਣਾਂਗੇ, ਕਥਾ ਸੁਣਾਂਗੇ, ਇਹ ਮਹਾਰਾਜ ਦੇ ਦਰਸ਼ਨ ਸਬਨ ਦਰਸ਼ਨ ਕਰਾਂਗੇ। ਉਹ ਪਿਆਰੇ ਮਮ ਮੀਤ ਅਤ ਇਹ ਵੀ
प्रेम सिंह तू साडा बड़ा प्यारा मित्र है। धन तोह बुद्ध उदार, तेरी बुद्धि बड़ी तंता योग है, बहुत ही उदार श्रेष्ठ है। सतगुर गाथा सुनन महो, ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਕਥਾ ਨੂੰ ਸੁਣਨ ਵਾਸਤੇ ਅਤਸ਼ਹ ਦੇਖੇ ਪਿਆਰ। ਕਹਿੰਦੇ ਇਸ ਤਰ੍ਹਾਂ ਹਿਰਦੇ ਦਾ ਬੜਾ ਪ੍ਰੇਮ ਪਿਆਰ ਦੇਖਿਆ ਜਾਂਦਾ ਹੈ। ਦਰਸਾਵਹੁ ਤੀਸਰ ਮਹਿਲ, ਵਿੱਚ ਪ੍ਰੇਮ ਸਿੰਘ ਤੀਸਰੇ ਜਿਹੜੇ ਸਰੂਪ ਹੈ ਉਹਨਾਂ ਦੇ ਮੈਂ ਸਰਵਣ ਦਰਸ਼ਨ ਤੈਨੂੰ ਕਰਾਉਣਾ। ਸੁਨ ਹੋ ਕਥਾ ਮਨ ਲਾ, ਗੁਰੂ ਅਮਰਦਾਸ ਸਾਹਿਬ ਜੀ ਦੀ ਮਨ ਲਾ ਕੇ ਤੂੰ ਵੀ ਸੰਤ ਇਹ ਪ੍ਰੇਮ ਸਿੰਘ ਕਥਾ ਸੁਣ। ਮਨ ਬਾਂਛਤ ਜਹ ਤੇ ਮਿਲੈ, ਕਥਾ ਦੇ ਸੁਣ ਨਾਲ ਜੋ ਮਨ ਚਾਹੁੰਦਾ ਉਹੀ ਮਿਲੇਗਾ। ਕਲ ਮਲ ਨਸ਼ਟ ਕਰਾ, ਇਹ ਜਿਹੜੀ ਮਹਾਰਾਜ ਦੀ ਕਥਾ ਸਾਰੇ ਪਾਪਾਂ ਨੂੰ ਨਸ਼ਟ ਵੀ ਕਰਾ ਦੇਵੇ। ਗੁਰ ਗਾਦੀ ਕੋ ਪਾਏ ਕੈ, ਸੰਗ ਸ਼ੁਰੂ ਕਰਦੇ ਕਥਾ ਸ਼ੁਰੂ ਕਰਦੇ ਹੈ ਕਿ ਪ੍ਰੇਮ ਸਿੰਘ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਖਤ ਪਾ ਕੇ ਭਇਓ ਪ੍ਰਕਾਸ਼ ਅਪਾਰ। ਕਰਕੇ ਬੜਾ ਭਾਰੀ ਗਿਆਨ ਦਾ ਪ੍ਰਕਾਸ਼ ਹੋਇਆ ਹਰ ਪਾਸੇ। ਸਿੱਖ ਸੰਗਤ ਯੁਤ ਅਮਰ ਗੁਰ, ਅਮਰਦਾਸ ਮਹਾਰਾਜ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਸਹਿਤ ਆਏ ਗੋਇੰਦਵਾਰ। ਗੁਰ ਸਾਹਿਬ ਤੋਂ ਚਲਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਪਹੁੰਚੇ। ਆਏ ਥਿਰੇ ਨਿਜ ਮਹਿਲ ਮਹਿ, ਆਪਣਾ ਰਹਿਸ਼ੀ ਮਕਾਨ ਬਣਾਇਆ ਸੀ ਉਸ ਮਹਿਲ ਵਿੱਚ ਆ ਟਕੇ ਹਨ। ਸਿੱਖ ਸੰਗਤ ਪਰਿਵਾਰ, ਸਿੱਖ ਸੰਗਤਾਂ ਅਤੇ ਪਰਿਵਾਰ ਸਹਿਤ। ਪਰ ਗੁਰ ਦੁਤੀਏ ਬਿਰਹੋ ਦੁਖ, ਫੇਰ ਵੀ ਦੂਸਰੇ ਪਾਤਸ਼ਾਹ ਮਹਾਰਾਜ ਦੇ ਸੱਚਖੰਡ ਗਮਨ ਕਰਕੇ ਉਹਨਾਂ ਦੇ ਵਿਛੋੜੇ ਦਾ ਬੜਾ ਦੁੱਖ ਹੈ ਆਪ ਜੀ ਨੂੰ। ਯੇਸ ਗੁਰੂ ਅਪਾਰ, ਗੁਰੂ ਉਂਗਲ ਸਾਹਿਬ ਮਹਾਰਾਜ ਦਾ ਵਿਛੋੜੇ ਦਾ ਅਪਾਰ ਹੀ ਦੁੱਖ ਹੈ ਆਪ ਜੀ ਦੇ ਹਿਰਦੇ ਵਿੱਚ। ਚੌਪਈ ਮਿਲਨੋ ਬੋਲਨ ਨਹਿ ਕੁਛ ਭਾਵੈ, ਉਹਦੇ ਵਿਛੋੜੇ ਕਰਕੇ ਨਾ ਕੋਈ ਕਦੇ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਹੈ, ਨਾ ਕਿਸੇ ਨਾਲ ਬੋਲਣਾ ਪਾਉਂਦਾ ਹੈ, ਬੋਲਣਾ ਵੀ ਚੰਗਾ ਨਹੀਂ ਲੱਗਦਾ ਹੈ। ਨਹਿ ਕਿਸ ਤੇ ਸੁਨਨੋ ਚਿਤ ਚਾਵੈ, ਕੋਈ ਗੱਲਬਾਤ ਸੁਣਾਉਂਦਾ ਹੈ ਚਿੱਤ ਵਿੱਚ ਕਹਿੰਦੇ ਉਹ ਸੁਣਦਾ ਵੀ ਕੋਈ ਚਾਅ ਨਹੀਂ ਹੈ। ਨਿਸਾ ਭਰੀ ਨਹਿ ਭੋਜਨ ਖਾਏ, ਜਦੋਂ ਦਿਨ ਛਿਪ ਜਾਂਦਾ ਰਾਤ ਹੋ ਜਾਂਦੀ ਹੈ ਫਿਰ ਭੋਜਨ ਵੀ ਨਹੀਂ ਛਕਦੇ ਵਿਛੋੜੇ ਵਿੱਚ। ਨਹਿ ਸੁਖ ਸਹਜਾ ਪਰ ਸੁਪਤਾਏ, ਨਾ ਹੀ ਸੁਖ ਦੇ ਨਾਲ ਪਣਗ ਉੱਪਰ ਸਿਜਾਓ ਪ੍ਰਾਪ ਜੀ ਸੌਂਦੇ। ਸਿੱਖ ਸੰਬੰਧੀ ਕੇਤਕ ਪਾਸ, ਜਿਹੜੇ ਗੁਰੂ ਕੇ ਸਿੱਖ ਸੇਵਕ ਹੈ ਸਾਗ ਸੰਬੰਧੀ ਹੈ ਕੁਝ ਕੁ ਹਜ਼ੂਰੀ ਵਿੱਚ। ਥਿਰੇ ਚਿੰਤ ਨਿੰਦਰਾ ਭੇ ਰਾਸ, ਬਹੁਤੀ ਨਿੰਦਾਉਣ ਤੋਂ ਬਾਅਦ ਵੀ ਚਿੰਤਾ ਵੀ ਟਿਕੀ ਹੈ ਨਾ। ਸ੍ਰੀ ਗੁਰ ਮਨ ਤਬ ਬਹੁ ਅਕਲਾਈ, ਇਧਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਵੀ ਗੁਰੂ ਅੰਗਦ ਸਾਹਿਬ ਜੀ ਦੇ ਵਿਛੋੜੇ ਕਰਕੇ ਮਨ ਬਹੁਤ ਵਿਆਕਲ ਹੋ ਗਿਆ, ਦੁਖੀ ਹੋ ਗਿਆ ਹੈ। ਜੁਗਲ ਜਾਮ ਜਬ ਨਿਸਾ ਬਿਤਾਏ, ਰਾਤ ਨੂੰ ਬੈਠਿਆਂ ਦੋ ਪਹਿਰ ਰਾਤ ਬਤੀਤ ਕੀਤੀ ਹੈ। ਸਾਧਨ ਤਿਆਗ ਤੇ ਭੇ ਤਿਸ ਬੇਰਾ, ਗੁਰ ਸਿੱਖ ਤਾਂ ਬਰਾਜ ਗਏ ਆਪ ਕਹਿੰਦੇ ਉਸ ਸਵੇਰੇ ਜਿਹੜਾ ਆਪਣਾ ਮਕਾਨ ਹੈ ਰਹਿਸ਼ ਉਹ ਛੱਡ ਦਿੱਤੀ ਹੈ। ਨਿਕਸੇ ਵਹਿਰ ਚੱਲੇ ਬਿਨ ਦੇਰਾ, ਘਰ ਤੋਂ ਬਾਹਰ ਨਿਕਲ ਪਏ ਹਨ ਤੇ ਬਿਨਾਂ ਦੇਰ ਚੱਲ ਪਏ ਆਪਣੇ ਜਨਮ ਨਗਰ ਵੱਲ ਨੂੰ। ਬਾਸਰ ਕੀ ਨਗਰੀ ਤੇ ਉਰੇ, ਜਿਹੜਾ ਬਾਸਰ ਪਿੰਡ ਹੈ ਉਸ ਤੋਂ ਥੋੜਾ ਜਿਹਾ ਉਰੇ ਆਪਣੇ ਖੇਤਾਂ ਵਿੱਚ ਬਾਹਰ ਸੁੰਦਰ ਅਵਨੀ ਤਹਾ ਨਿਹੁਰੇ, ਸੋਹਣੀ ਜਿਹੜੀ ਧਰਤੀ ਆਪ ਜੀ ਨੇ ਦੇਖੀ ਹੈ ਉਹ ਆਪ ਹੀ ਖੇਤ ਹੈ ਸੀ ਇਸ ਦਾ ਉਹਨਾਂ ਦਾ। ਤੇਨ ਪਾਲ ਕੋ ਕੋਸ਼ਟ ਹੇਰਾ, ਜਿਹੜਾ ਕੋਈ ਗਊਆਂ ਨੂੰ ਪਾਲਣ ਵਾਲਾ ਹੈ ਕਹਿੰਦੇ ਗੁੱਜਰ ਉਹਦਾ ਕੋਠਾ ਦੇਖਿਆ ਸਰ ਰੂਪ ਵਿੱਚ ਮਹਾਂਪੁਰ ਦੱਸਿਆ ਕਰਦੇ ਸੀ। ਗੁਰੂ ਅਮਰਦਾਸ ਸਾਹਿਬ ਜੀ ਦਾ ਆਪਣਾ ਹੀ ਇਹ ਖੇਤ ਵਾਲਾ ਸਥਾਨ ਸੀ ਜਿੱਥੇ ਸੰਤ ਸਾਹਿਬ ਜਿੱਥੇ ਆਪ ਜੀ ਜਾ ਕੇ
ਬਾਹਰ ਮਕਾਨ ਵਿੱਚ ਅਲੋਪ ਹੋਏ ਸਨ। ਤਿਸ ਦਰ ਪਰ ਆਸ ਲਿਖ ਤਿਸ ਬੇਰਾ। ਉਸ ਮਕਾਨ ਉੱਪਰ ਕਹਿੰਦੇ ਦਰਵਾਜ਼ੇ ਦੇ ਉੱਪਰ ਵਾਰ ਇਸ ਤਰ੍ਹਾਂ ਦੇ ਲਫ਼ਜ਼ ਲਿਖੇ ਹਨ। ਇਸ ਦਰ ਜੋ ਨਰ ਕਰ ਹੈ ਉਪਾਰੇ। ਜਿਹੜਾ ਵੀ ਕੁਰਸ਼ ਇਸ ਨੂੰ ਆ ਕੇ ਦਰਵਾਜ਼ੇ ਨੂੰ ਪਾੜਨਾ ਕਰੇਗਾ, ਖੋਲਣਾ ਕਰੇਗਾ, ਤਿਸ ਕੇ ਗੁਰ ਨਹਿ ਸਿੱਖ ਹਮਾਰੇ। ਕਹਿੰਦੇ ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ, ਉਹ ਸਾਡਾ ਸਿੱਖ ਨਹੀਂ ਹੋਊਗਾ। ਪੁਨ ਭਿਤ ਦੇ ਕੋਸ਼ਟ ਪਰ ਵੇਸ਼ੇ। ਇਸ ਤਰ੍ਹਾਂ ਕੰਧ ਦੇ ਕੇ, ਪਰਦੇ ਦੇ ਕੇ, ਤਖਤੇ ਦੇ ਕੇ, ਦਰਵਾਜ਼ੇ ਬੰਦ ਕਰਕੇ ਪਦਮਾਸਨ ਕਰ ਸ੍ਰੀ ਗੁਰ ਬੈਸੇ। ਗੁਰੂ ਮਹਾਰਾਜ ਪਦਮਾਸਨ ਲਾ ਕੇ ਬੈਠ ਗਏ ਹਨ। ਅਚਲ ਸਮਾਧ ਅਗਾਧ ਲਗੀ ਹੈ। ਜੋ ਅਗਾਧ ਸਰੂਪ ਹੈ ਉਹਦੇ ਵਿੱਚ ਅਚਲ ਹੋ ਕੇ ਸਮਾਧੀ ਲੱਗ ਗਈ ਹੈ। ਬ੍ਰਹਮ ਸਰੂਪ ਆਨੰਦ ਪਰੀ ਹੈ। ਜੋ ਬ੍ਰਹਮ ਸਰੂਪ ਹੈ ਪਰਮੇਸ਼ਰ ਦੇ ਆਨੰਦ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਉਹ ਜਾ ਪਈ ਹੈ, ਜਾ ਲੀਨ ਹੋਈ ਹੈ। ਇਤ ਕੀ ਸੁਨਹੁ ਕਥਾ ਜਿਸ ਪਾਏ। ਇੱਧਰ ਜਿਵੇਂ ਕਥਾ ਹੋਈ ਖਡੂਰ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਕੀ ਉਹ ਵੀ ਕਹਿੰਦੇ ਸੁਣ ਲਓ। ਪ੍ਰਾਤ ਭਈ ਗੁਰ ਨਹਿ ਦਰਸਾਏ। ਜਦੋਂ ਸੂਰਜ ਚੜਿਆ ਸਵੇਰ ਹੋਈ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ। ਚਿੰਤਾ ਮਾਨ ਭਏ ਸਿੱਖ ਸਾਰੇ। ਜਿੰਨੇ ਗੁਰੂ ਕੇ ਸਿੱਖ ਹੈ ਬਹੁਤ ਚਿੰਤਾ ਸਹਿਤ ਹੋ ਗਏ। ਲਾਏ ਦੀਵਾਨ ਵਿਚਾਰ ਵਿਚਾਰੇ। ਸਾਰੇ ਗੁਰਸਿੱਖਾਂ ਨੇ ਦੀਵਾਨ ਸਜਾ ਲਿਆ, ਵਿਚਾਰਾਂ ਕਰਕੇ ਕਈ ਤਰ੍ਹਾਂ ਦੀਆਂ ਸੋਚਾਂ ਕਰ ਰਹੇ ਹੈ। ਆਪ ਆਪਣੀ ਬੁੱਧ ਅਨੁਸਾਰੇ। ਜਿਵੇਂ ਜਿਵੇਂ ਕਿਸੇ ਦੀ ਬੁੱਧ ਆਪੋ ਆਪਣੀ ਬੁੱਧ ਹੈ ਉਸ ਅਨੁਸਾਰ ਹਿਰਦੈ ਵਿਚਾਰਤ ਬਾਕ ਉਚਾਰੇ। ਹਿਰਦਿਆਂ ਵਿੱਚ ਵਿਚਾਰਾਂ ਕਰਦੇ ਉਹ ਬਚਨ ਕਹਿੰਦੇ ਕਾਪੋ ਵਿੱਚ ਹੀ। ਸਤਿਗੁਰ ਹੋਏ ਅੰਤਰ ਧਿਆਨ। ਉਹ ਤੇ ਸਿੱਖਤਾਂ ਵਿਚਾਰ ਕੇ ਉਹ ਕਹਿੰਦੇ ਵੀ ਸਤਿਗੁਰੂ ਜੀ ਅਲੋਪ ਹੋ ਗਏ। ਹਿਰਦੈ ਵਿਚਾਰਤ ਪਹੁੰਚੇ ਆਪਨ ਬੈਕੁੰਠ ਸਥਾਨ। ਗੁਰੂ ਮਹਾਰਾਜ ਜੀ ਆਪਣਾ ਖਾਸ ਸੱਚਖੰਡ ਵਾਲਾ ਸਥਾਨ ਉੱਥੇ ਜਾ ਪਹੁੰਚੇ ਅਲੋਪ ਹੋ ਕੇ ਚਿਤ ਕਹੈ ਵਿਦੇਸ਼ ਮਝਾਰਾ। ਇਹ ਕਹਿੰਦੇ ਨਹੀਂ ਵੀ ਮਹਾਰਾਜ ਸੱਚਖੰਡ ਨਹੀਂ ਗਏ, ਕਿਸੇ ਹੋਰ ਦੇਸ਼ ਵਿੱਚ ਚਲੇ ਗਏ। ਪਹੁੰਚੇ ਸਤਿਗੁਰ ਦਰਸ ਉਦਾਰਾ। ਜੋ ਜਿਨ੍ਹਾਂ ਦਾ ਦਰਸ਼ਨ ਬੜਾ ਸ੍ਰੇਸ਼ਟ ਹੈ ਉਹ ਮਹਾਰਾਜ ਕਹਿੰਦੇ ਸਾਨੂੰ ਛੱਡ ਕੇ ਹੋਰ ਦੇਸ਼ ਵਿੱਚ ਕਿਤੇ ਚਲੇ ਗਏ। ਜਿਮ ਗੁਰ ਨਾਨਕ ਫਿਰ ਚਹੂ ਔਰ। ਗੁਰੂ ਨਾਨਕ ਸਾਹਿਬ ਜੀ ਵੀ ਰਾਏ ਭੋਈ ਦੀ ਤਲਵੰਡੀ ਛੱਡ ਕੇ ਚਾਰੇ ਤਰਫੀ ਗਏ। ਸਿੱਖੀ ਬਿਸਥਾਰੀ ਸਭ ਠੌਰ। ਗੁਰੂ ਨਾਨਕ ਸਾਹਿਬ ਜੀ ਨੇ ਚਾਰੇ ਤਰਫੀ ਜਾ ਕੇ ਬਹੁਤ ਸਿੱਖੀ ਫੈਲਾਈ ਹੈ ਸਭ ਥਾਵਾਂ। ਦੋਹਰਾ ਕੇ ਚਿਤ ਕਹਿ ਦੁਤੀਏ ਗੁਰੂ। ਕਈ ਕਹਿੰਦੇ ਨਹੀਂ ਜਿਵੇਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਭੀਥੇ ਲੋਪ ਜਥਾ। ਉਹ ਵੀ ਜਿਵੇਂ ਖਡੂਰ ਸਾਹਿਬ ਤੋਂ ਬਾਹਰ ਸ਼ਨ ਜੀ ਬਣਾ ਕੇ ਉੱਥੇ ਜੰਗਲ ਵਿੱਚ ਲੋਪ ਹੋ ਹੀ ਗਏ ਸੀ ਨਾ। ਅਮਰ ਗੁਰੂ ਭੀਤੈ ਸਹੀ। ਆਹੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਜਾਨ ਲੈ ਮਨ ਮਾਰ। ਜਾਣ ਲਓ ਜੋ ਵੀ ਕਿਤੇ ਆਸੇ ਪਾਸੇ ਮਕਾਨ ਦੇ ਵਿੱਚ ਜਾਂ ਸ਼ਨ ਜੀ ਬਣਾ ਕੇ ਅਲੋਪ ਹੋ ਗਏ ਹੋਣਗੇ। ਚੌਪਈ ਸਭ ਸੰਗਤ ਇਸ ਚਿੰਤਾ ਮਾਹੀ। ਦੁਨੀਆ ਗੁਰੂ ਕੀਆਂ ਸਿੱਖ ਸੰਗਤਾਂ ਇਸ ਬੜੀ ਚਿੰਤਾ ਵਿੱਚ ਹੈ, ਫਿਕਰ ਵਿੱਚ ਹੈ। ਬ੍ਰਿਧ ਜੀ ਤਬੈ ਸਮਾਧ ਲਗਾਹੀ। ਉਸ ਵੇਲੇ ਚਿੰਤਾ ਵੀ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇਤਰ ਬੰਦ ਕਰਕੇ ਸਮਾਧੀ ਲਗਾਈ ਹੈ। ਤਬ ਗੁਰ ਅੰਗਦ ਦਰਸ਼ਨ ਦੀਨਾ। ਸਮਾਧੀ ਵਿੱਚ ਜੁੜਿਆ ਹੋਇਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਦਰਸ਼ਨ ਬਖਸ਼ੇ ਹਨ। ਸਭੈ ਬਿਰਤਾਂਤ ਦਿਖਾਵਨ ਕੀਨਾ। ਇਸ ਤਰ੍ਹਾਂ ਸਮਾਧੀ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਾਰਾ ਕੁਝ ਹੀ ਦਿਖਾ ਦਿੱਤਾ ਹੈ। ਪੱਗ ਬੰਦੇ ਤਬ ਨੈਣ ਖੁਲਾਈ। ਉਸੇ ਵੇਲੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਸਮਾਧੀ ਵਿੱਚ ਨੇਤਰ ਖੋਲੇ ਬਾਬਾ ਬੁੱਢਾ ਸਾਹਿਬ। ਕਹਿਓ ਧੰਨ ਗੁਰ ਬੇਵਤ ਬਤਾਈ। ਹਾਂ ਕਿਹਾ ਵੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਉਹਨਾਂ ਨੇ ਤਾਂ ਮੈਨੂੰ ਸਾਰੀ ਵਿਉਂਤ ਦੱਸ ਦਿੱਤੀ ਹੈ। ਇੱਕ ਬੜਵਾ ਹੋਤੀ ਗੁਰ ਕੇਰੀ। ਹਾਂ ਇੱਕ
ਘੋੜੀ ਹੈ ਸੀ ਮਹਾਰਾਜ ਦੀ ਸਵਾਰੀ ਵਾਲੀ ਜੋ ਭਾਈ ਪਾਰੋ ਜੀ ਨੇ ਜਦੋਂ ਉਹਨਾਂ ਦਾ ਅੰਤ ਦਾ ਸਮਾਂ ਆਇਆ ਇਸ ਤਰ੍ਹਾਂ ਕੁਝ ਮਾਇਆ ਕੁਝ ਵਸਤਰ ਇਸ ਤਰ੍ਹਾਂ ਘੋੜੀ ਇਹ ਗੁਰੂ ਘਰ ਦੇ ਵਿੱਚ ਆ ਕੇ ਉਹਨਾਂ ਨੇ ਭੇਟਾ ਕਰ ਦਿੱਤੀ। ਇਹ ਡੱਲਾ ਨਿਵਾਸੀ ਭਾਈ ਪਾਰੋ ਜੀ ਲੀਨ ਮੰਗਾਏ ਤਬੈ ਬਿਨ ਦੇਰੀ। ਉਹ ਜਿਹੜੀ ਘੋੜੀ ਸੀ ਉਹ ਬਿਨਾਂ ਦੇਰੀ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਕੋਲ ਮੰਗਾ ਲਈ ਹੈ। ਕਹਿਓ ਕਿ ਬਾਹਿਨ ਗੁਰ ਕੋ ਇਹੋ। ਕਹਿਣ ਲੱਗਾ ਵੀ ਇਹ ਜਿਹੜੀ ਘੋੜੀ ਹੈ ਸਤਿਗੁਰੂ ਦੇ ਸਵਾਰੀ ਵਾਲੀ ਹੈ। ਜਥਾ ਬਿਸ਼ਨ ਕੋ ਗਰੜ ਲਿਖੇ ਹੋ। ਇਸ ਤਰ੍ਹਾਂ ਵਿਸ਼ਨੂੰ ਭਗਵਾਨ ਦੀ ਸਵਾਰੀ ਆ ਗਰੜ ਕਿਹਾ ਜਾਂਦਾ ਹੈ। ਇਸ ਕੋ ਆਬੈ ਸ਼ਿੰਗਾਰਨ ਕੀਜੈ। ਲੈ ਵੀ ਮਹਾਰਾਜ ਦੀ ਸਵਾਰੀ ਵਾਲੀ ਜਿਹੜੀ ਘੋੜੀ ਨੂੰ ਨਵਾ ਧਵਾ ਕੇ ਚੰਗੀ ਤਰ੍ਹਾਂ ਹਾਰ ਸ਼ਿੰਗਾਰ ਲਗਾ ਹੋਏ ਨੇ। ਲੈ ਸੰਗ ਹਮਰੇ ਸੰਗ ਚਲੀਜੈ। ਇਹ ਘੋੜੀ ਨੂੰ ਲੈ ਕੇ ਆਪਾਂ ਨਾਲ ਚਲੀਏ। ਮਾਨ ਬਚਨ ਘੋੜੀ ਸ਼ਿੰਗਾਰੀ। ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਮੰਨ ਲਿਆ ਨਵਾ ਧਵਾ ਕੇ ਘੋੜੀ ਨੂੰ ਸ਼ਿੰਗਾਰ ਲਿਆ ਹੈ। ਆਗੇ ਬ੍ਰਿਧ ਜੀ ਅਖਲ ਪਿਸ਼ਾਰੀ। ਆ ਘੋੜੀ ਨੂੰ ਅੱਗੇ ਲਾਇਆ ਉਸ ਤੋਂ ਅੱਗੇ ਬਾਬਾ ਬੁੱਢਾ ਸਾਹਿਬ ਬਾਕੀ ਸਿੱਖ ਸੰਗਤਾਂ ਸਾਰੀਆਂ ਪਿੱਛੇ ਪਿੱਛੇ। ਸ਼ਬਦ ਗੁਰੂ ਕੇ ਮਿਲ ਸਭ ਗਾਵੇ। ਜਿੰਨੇ ਸਿੱਖ ਹੈ ਆਪੋ ਵਿੱਚ ਹੀ ਮਿਲ ਮਿਲ ਕੇ ਸਤਿਗੁਰੂ ਦੇ ਸ਼ਬਦਾਂ ਦਾ ਗਾਇਨ ਕਰਦੇ। ਦਰਸ਼ਨ ਹਿਤ ਬਹੁ ਪ੍ਰੇਮ ਵਧਾਵੇ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਬਹੁਤ ਪ੍ਰੇਮ ਪਿਆਰ ਵਧਾ ਰਹੇ। ਕਿਤਕ ਦੂਰ ਤੈ ਕੋਸ਼ਟ ਦੇਖਾ। ਜਦੋਂ ਕਹਿੰਦੇ ਚਲੇ ਗਏ ਹੈ ਕੁਝ ਕੁ ਦੂਰੀ ਤੋਂ ਮਕਾਨ ਜਾ ਬਣਿਆ ਦੇਖਿਆ ਖੇਤਾਂ ਵਿੱਚ। ਨਮਸਕਾਰ ਬ੍ਰਿਧ ਕੀਨ ਵਸੇਖਾ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹ ਸਾਰਾ ਸਮਾਧੀ ਵਿੱਚ ਇਹ ਸਥਾਨ ਦਿਖਾ ਦਿੱਤਾ ਸੀ। ਉਸ ਵੇਲੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਕਾਨ ਦੇ ਕੇ ਮੱਥਾ ਟੇਕਿਆ ਉਸ ਨੂੰ। ਤਹਾਂ ਪਹੁੰਚ ਕਰ ਸੀਸ ਝੁਕਾਵਾ। ਉੱਥੇ ਮਕਾਨ ਕੋਲ ਪਹੁੰਚ ਕੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਨੇ ਸਿਰ ਨਵਾਇਆ ਹੈ। ਪੁਨ ਸਭ ਹਨ ਸੰਗ ਬਚਨ ਅਲਾਵਾ। ਜਿੰਨੇ ਸਿੱਖ ਸੇਵਕ ਨਾਲ ਆਏ ਉਹਨਾਂ ਦੇ ਸਾਥਿਓ ਬਚਨ ਕਿਹਾ ਹੈ। ਇਹ ਕੋਠਾ ਬਹੁ ਦੇਖਤ ਸੁਹਾਵਾ। ਇਹ ਜਿਹੜਾ ਵੀ ਮਕਾਨ ਬਹੁਤ ਸੋਭਨੀ ਸਜਿਆ ਦਿਸ ਰਿਹਾ। ਲਖੀਅਤ ਧੇਨ ਪਾਲ ਬਨਵਾਵਾ। ਜਾਣਿਆ ਜਾਂਦਾ ਵੀ ਕਿਸੇ ਗੁੱਜਰ ਨੇ ਗਊਆਂ ਦੀ ਪਾਲਣਾ ਕਰਨ ਵਾਲੇ ਨੇ ਬਣਾਇਆ। ਹੁਣ ਅਸਲ ਵਿੱਚ ਮਹਾਰਾਜ ਜੀ ਇਹ ਖੇਤ ਵਿੱਚ ਮਕਾਨ ਵਿੱਚ ਬੈਠ ਕੇ ਭਜਨ ਸਿਮਰਨ ਕਰਿਆ ਕਰਦੇ ਸਨ ਪਹਿਲਾਂ। ਇਸ ਕੋ ਦੇਖੋ ਭਲੀ ਪ੍ਰਕਾਰੇ। ਇਹ ਮਕਾਨ ਨੂੰ ਇਹ ਕੋਠੇ ਨੂੰ ਚੰਗੀ ਤਰ੍ਹਾਂ ਵਿੱਚ ਸੀ ਤੱਕੋ। ਮਤ ਪ੍ਰਾਪਤ ਯਹ ਤੇ ਗੁਰ ਪਿਆਰੇ। ਪਤਾ ਕਿਤੇ ਆਪਣੇ ਪਿਆਰੇ ਸਤਿਗੁਰੂ ਸਾਨੂੰ ਇਸੇ ਮਕਾਨ ਵਿੱਚ ਇਸੇ ਕੋਠੇ ਵਿੱਚੋਂ ਲੱਭ ਪੈਣ ਮਿਲ ਪੈਣ। ਅਸ ਕਹਿ ਕੋਸ਼ਟ ਚੌਹ ਦਿਸ਼ ਫਿਰੇ। ਇਸ ਤਰ੍ਹਾਂ ਬਚਨ ਕਹਿ ਕੇ ਉਹ ਜਿਹੜਾ ਕੋਠਾ ਦਾ ਉਹਦੇ ਚਾਰੀ ਤਰਫੀ ਫਿਰੇ ਤੁਰੇ ਹਨ। ਦਰ ਕੋ ਤਬੈ ਨਿਹਾਰਨ ਕਰੇ। ਜਿਹੜਾ ਦਰਵਾਜ਼ਾ ਜਾਂ ਬੰਦ ਕੀਤਾ ਉਹਨੂੰ ਵੇਖਣਾ ਕੀਤਾ ਹੈ ਸਭ ਨੇ। ਅੱਖਰ ਲਿਖੇ ਦੇਖ ਇੱਕ ਕਹਿਓ। ਜਿਹੜਾ ਦਰਵਾਜ਼ਾ ਬੰਦ ਕੀਤਾ ਉਹਦੇ ਉੱਪਰ ਕੁਝ ਅੱਖਰ ਲਿਖੇ ਆ ਬਾਬਾ ਬੁੱਢਾ ਸਾਹਿਬ ਨੇ ਦੇਖੇ ਹਨ। ਸਭ ਆਵੋ ਇੱਕ ਪਤਾ ਸੁਲਹਿਓ। ਸਾਰਿਆਂ ਗੁਰਸਿੱਖਾਂ ਨੂੰ ਆਵਾਜ਼ ਮਾਰ ਕੇ ਸੱਦਿਆ ਵੀ ਆਓ ਇਹ ਕਦੇ ਆ ਗੁਰੂ ਦਾ ਕੁਝ ਪਤਾ ਲਿਖਿਆ ਦਿਸਦਾ ਹੈ। ਗਏ ਧਾਏ ਸਭ ਦੇਖਿਓ ਜਾਏ। ਜਿੰਨੇ ਸਿੱਖ ਸੀ ਦੌੜ ਕੇ ਗਏ ਸਭ ਨੇ ਜਾ ਵੇਖਿਆ। ਬ੍ਰਿਧ ਪਾਠਕਾਰ ਸਭ ਦੀਨ ਸੁਨਾਏ। ਬਾਬਾ ਬੁੱਢਾ ਸਾਹਿਬ ਜੀ ਨੇ ਜੋ ਅੱਖਰ ਲਿਖੇ ਆ ਦਰਵਾਜ਼ੇ ਦੇ ਉੱਪਰ ਉਹ ਪੜ੍ਹ ਕੇ ਸੁਣਾਤੇ ਸਭ ਨੂੰ। ਆਏ ਇਹਾਂ ਦਰ ਖੋਲੈ ਜੋ। ਉਹ ਕੀ ਅੱਖਰ ਲਿਖੇ ਹੋਇਆ ਵੀ ਜਿਹੜਾ ਇਹ ਦਰਵਾਜ਼ਾ ਆ ਕੇ ਖੋਲੇਗਾ। ਹਮ ਨਹਿ ਗੁਰੂ ਸਿੱਖ ਨਹਿ ਸੋ। ਕਹਿੰਦੇ ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ ਉਹ ਸਾਡਾ ਕੋਈ ਸਿੱਖ ਸੇਵਕ ਨਹੀਂ ਹੋਵੇਗਾ। ਸੁਨ ਸੰਗਤ ਸਗਰੀ ਬਿਸਮਾਨੀ। ਉਹ ਪੱਖਰ ਪੜ ਕੇ ਸੁਣ ਕੇ ਸਾਰੀ ਸੰਗਤਾਂ ਚਰੀ ਹੋ ਗਈ ਹੱਕੀ ਬੱਕੀ ਹੋ ਗਈ ਹੈ। ਕਿਸਹੂ ਕਹੀ ਜਾਏ ਨਹਿ ਬਾਨੀ। ਜੇ ਤੋਂ ਕੋਈ ਗੱਲਬਾਤ ਕਹੀ ਨਹੀਂ ਜਾਂਦੀ ਵੀ ਹੁਣ ਕੀ ਕਰੀਏ। ਮਹਾਰਾਜ ਤਾਂ ਲਿਖਿਆ ਵੀ ਜਿਹੜਾ ਇਹ ਦਰਵਾਜ਼ਾ ਖੋਲੂ
ਉਹ ਸਾਡਾ ਸਿੱਖ ਨਹੀਂ ਹੋਊਗਾ। ਸ੍ਰੀ ਬੁੱਢੇ ਮਨ ਜੁਗਤ ਬਨਾਈ। ਬਾਬਾ ਬੁੱਢਾ ਸਾਹਿਬ ਬੜੇ ਸਿਆਣੇ ਸਨ। ਮਨ ਵਿੱਚ ਇਸ ਤਰ੍ਹਾਂ ਦੀ ਕਹਿੰਦੇ ਜੁਗਤੀ ਜੀ ਇਸ ਤਰ੍ਹਾਂ ਦਾ ਢੰਗ ਤਰੀਕਾ ਜਾਂ ਸੋਚ ਵਿਚਾਰ ਲਿਆ ਹੈ। ਅਸ ਬਿਦ ਕਹੀ ਸੰਗਤ ਕੇ ਪਾਈ। ਉਹ ਵਿਚਾਰ ਕੇ ਫਿਰ ਸੰਗਤ ਦੇ ਤਾਈ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੁਣਿਆ। ਹੋਏ ਦੋਸ਼ ਜੇ ਖੋਲੈ ਦੁਆਰਾ। ਐ ਸੰਗਤ ਜੀ ਵੀ ਜੇ ਤਾਂ ਪਾਏ ਮਕਾਨ ਦਾ ਦਰਵਾਜ਼ਾ ਖੋਲੀਏ ਫਿਰ ਤਾਂ ਸਾਨੂੰ ਦੋਸ਼ ਲੱਗੂਗਾ। ਸ੍ਰੀ ਸਤਿਗੁਰ ਨੇ ਐਸ ਉਚਾਰਾ। ਕਿਉਂਕਿ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਇਹ ਕਹਿੰਦੇ ਉਚਾਰਨ ਕੀਤਾ, ਲਿਖ ਕੇ ਲਾਇਆ ਵੀ ਜਿਹੜਾ ਦਰਵਾਜ਼ਾ ਖੋਲੂ ਉਸਦੇ ਅਸੀਂ ਗੁਰੂ ਨਹੀਂ, ਉਹ ਸਾਡਾ ਸਿੱਖ ਨੂੰ ਹੋਊਗਾ। ਅਪਰ ਥਾਨ ਕੋ ਪਾਰਨ ਕਰੈ। ਆਪਾਂ ਕਦੇ ਦਰਵਾਜ਼ੇ ਨੂੰ ਛੇੜਦੇ ਨਹੀਂ ਹੈ, ਕਿਸੇ ਹੋਰ ਥਾਂ ਨੂੰ ਕਹਿੰਦੇ ਪਾੜ ਲੈਨੇ ਆ, ਖੋਲ ਲੈਨੇ ਆ। ਤਹਾਂ ਨਹੀਂ ਇਹੋ ਦੋਸ਼ ਨਿਹਾਰੈ। ਜਦੋਂ ਆਪਾਂ ਹੋਰ ਥਾਂ ਖੋਲਾਂਗੇ ਨਾ ਉੱਥੇ ਤਾਂ ਨਹੀਂ ਫਿਰ ਇਹ ਦੋਸ਼ ਵੇਖਿਆ ਜਾਏ, ਉੱਥੇ ਤਾਂ ਆਪਾਂ ਨੂੰ ਦੋਸ਼ ਨਹੀਂ ਨਾ ਲੱਗੂਗਾ। ਇਹ ਦਰਵਾਜ਼ੇ ਤੇ ਲਿਖਿਆ ਜਿਹੜਾ ਇਹ ਖੋਲੂਗਾ ਉਹਨੂੰ ਦੋਸ਼ ਲੱਗੂ। ਅਸ ਸੁਨ ਸਭ ਨੇ ਮਾਨ ਭਲੇਰੀ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸਾਰਿਆਂ ਨੇ ਬਾਬਾ ਬੁੱਢਾ ਸਾਹਿਬ ਦੇ ਬਚਨ ਨੂੰ ਕਹਿੰਦੇ ਚੰਗਾ ਮੰਨਿਆ ਹੈ। ਕੋਸ਼ਟ ਪਿਛਾਰੀ ਗੇ ਬਿਨ ਦੇਰੀ। ਨਾ ਦੇਰੀ ਤੋਂ ਕਹਿੰਦੇ ਉਹ ਜਿਹੜਾ ਮਕਾਨ ਦੇ ਪਿਛਲੀ ਤਰਫ ਨੂੰ ਚਲੇ ਗਏ, ਪਿੱਠ ਪਿੱਛੇ ਚਲੇ ਗਏ। ਇੱਕ ਖੰਡਨੀ ਕਿਤ ਤੇ ਤਬ ਲਈ। ਉੱਥੇ ਖੇਤਾਂ ਵਿੱਚ ਕਹੀ ਪਈ ਹੁੰਦੀ ਹੈ, ਕਹਿੰਦੇ ਉਹ ਚੁੱਕ ਲਈ ਹੈ। ਪਾਰ ਭੀਤ ਇੱਕ ਗਰੀ ਕਰਈ। ਕਈਆਂ ਜੀਆਂ ਮਾਰ ਮਾਰ ਕੇ ਇੱਕ ਛੋਟੀ ਜੀ ਗਲੀ ਜੀ ਕਰ ਲਈ ਹੈ। ਪਸ਼ਚਮ ਦਿਸ਼ ਮਹਿ ਕੋਸ਼ਟ ਦੁਆਰਾ। ਜਿਹੜਾ ਇਹ ਮਕਾਨ ਸੀ ਉਹਦਾ ਕਹਿੰਦੇ ਸ਼ਿਵ ਦੀ ਤਰਫ ਬੂਹਾ ਸੀ, ਦਰਵਾਜ਼ਾ ਸੀ। ਪੂਰਬ ਦਿਸ਼ਾ ਪਾਰ ਕੋ ਪਾਰਾ। ਬਾਬਾ ਬੁੱਢਾ ਸਾਹਿਬ ਨੇ ਕਈਆਂ ਮਾਰ ਮਾਰ ਕੇ ਚੜ੍ਹਦੀ ਤਰਫ ਦਰਵਾਜ਼ਾ ਜਾ ਪਾੜ ਲਿਆ, ਖੋਲ ਲਿਆ ਹੈ। ਅੰਤਰ ਧੀਰਜ ਧਾਰ ਪ੍ਰਵੇਸ਼ਾ। ਕੀ ਦੇਖਿਆ ਗੁਰੂ ਅਮਰਦਾਸ ਸਾਹਿਬ ਜੀ ਉਹ ਮਕਾਨ ਦੇ ਅੰਦਰ ਧੀਰਜ ਧਾਰ ਕੇ ਬੈਠੇ ਹੋਏ। ਪਿਖੇ ਗੁਰੂ ਤਬ ਕੀਨ ਆਦੇਸਾ। ਜਦੋਂ ਮਹਾਰਾਜ ਨੂੰ ਦੇਖਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਹੈ। ਆਸਨ ਲਾਏ ਸਮਾਦ ਅਗਾਧਾ। ਇਧਰ ਗੁਰੂ ਮਹਾਰਾਜ ਨੇ ਚੌਂਕੜਾ ਲਾ ਕੇ ਅਗਾਧ ਸਰੂਪ ਵਿੱਚ ਸਮਾਧੀ ਲਗਾਈ ਹੋਈ। ਬ੍ਰਹਮ ਰੂਪ ਇੱਕ ਅਚਲ ਅਬਾਦਾ। ਥੋੜਾ ਬ੍ਰਹਮ ਸਰੂਪ ਹੈ, ਚਲ ਸਰੂਪ ਹੈ, ਨਾਸ ਤੋਂ ਰਹਿਤ ਹੈ। ਪਦ ਅਰਬਿੰਦ ਬੰਦਨਾ ਧਾਰੀ। ਬਾਬਾ ਬੁੱਢਾ ਸਾਹਿਬ ਨੇ ਅੰਦਰ ਜਾ ਕੇ ਚਰਨਾ ਕਮਲਾਂ ਤੇ ਨਮਸਕਾਰ ਕੀਤੀ ਹੈ। ਕਰ ਸਪਰਸ਼ ਕਰ ਥਿਰਿਓ ਅਗਾਰੀ। ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਨੂੰ ਛੋਹ ਕੇ ਤੇ ਫਿਰ ਹੱਥ ਜੋੜ ਕੇ ਅੱਗੇ ਖੜ ਗਿਆ, ਟਿਕ ਗਿਆ ਹੈ। ਸ਼ੋਭਤ ਸੁਹਾਥ ਸਮਾਦ ਵਿਰਾਮ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਮਹਾਰਾਜ ਦੇ ਚਰਨਾਂ ਨੂੰ ਹੱਥ ਛੋਏ, ਉਸੇ ਵੇਲੇ ਸਮਾਧੀ ਖੁੱਲ ਗਈ ਆਪ ਜੀ। ਖੁੱਲੇ ਸੁਲੋਚਨ ਕਿਰਪਾ ਸੁਧਮ। ਕਿਰਪਾ ਦੇ ਘਰ ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰ ਖੁੱਲ ਗਏ। ਦੇਖ ਬ੍ਰਿਧ ਕਉ ਬਾਕ ਉਚਾਰਾ। ਬਾਬਾ ਬੁੱਢਾ ਸਾਹਿਬ ਵਾਲੀ ਖੜਿਆ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ, ਕਿਮ ਤੈ ਟਾਰਿਓ ਹੁਕਮ ਹਮਾਰਾ। ਏ ਬਾਬਾ ਬੁੱਢਾ ਸਾਹਿਬ ਦਰਵਾਜ਼ੇ ਉੱਪਰ ਜੋ ਲਿਖਿਆ ਸੀ ਹੁਕਮ ਕਿਵੇਂ ਤੂੰ ਟਾਲਤਾ, ਕਿਵੇਂ ਛੱਡ ਦਿੱਤਾ, ਕਿਉਂ ਨਹੀਂ ਮੰਨਿਆ ਹੈ। ਸ੍ਰੀ ਗੁਰ ਹਮਨ ਹੈ ਆਏ ਸਟਾਰੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਅਸੀਂ ਆਪ ਜੀ ਦੀ ਆਗਿਆ ਬਿਲਕੁਲ ਨਹੀਂ ਮੋੜੀ ਹੈ। ਤਜ ਦਰ ਫੋਰਿਓ ਦਵਾਰ ਪਿਛਾਰੀ। ਤੁਹਾਡੇ ਦਰਵਾਜ਼ੇ ਨੂੰ ਤਾਂ ਮਹਾਰਾਜ ਅਸੀਂ ਹੱਥ ਹੀ ਨਹੀਂ ਲਾਇਆ, ਅਸੀਂ ਤਾਂ ਪਿਛਲੀ ਤਰਫ ਮਾਰਾ ਕਹੀ ਦੇ ਨਾਲ ਪਾੜ ਜਾ ਲਾ ਲਿਆ, ਮੋਰੀ ਜੀ ਕਰ ਲਈ ਹੈ। ਸਭ ਸਿੱਖਨ ਮਨ ਵਿਆਕੁਲ ਹੇਰਾ। ਮਾਰਾ ਮੈਨੇ ਸਾਰੇ ਗੁਰਸਿੱਖਾਂ ਦਾ ਮਨ ਬਹੁਤ ਵਿਗਾੜ ਕੋਲ ਘਬਰਾਇਆ ਹੋਇਆ ਦੁਖੀ ਵੇਖਿਆ। ਦੁਰੇ ਆਪ ਕਰ ਜਗਤ ਅੰਧੇਰਾ। ਤੁਸੀਂ ਮਹਾਰਾਜ ਇੱਥੇ ਆ ਕੇ ਲੋਗੇ ਸੰਸਾਰ ਵਿੱਚ ਤਾਂ ਘੁੱਪ ਹਨੇਰਾ ਹੀ ਪੈ ਗਿਆ ਬਿਨਾ। ਇਹੋ ਬਿਦ ਕਿਉ ਕਰ ਬਨ ਹੈ ਗੁਸਾਈ। ਇਹ ਜਗਤ ਦੇ ਮਾਲੇ ਇਸ ਤਰ੍ਹਾਂ ਦਾ ਢੰਗ ਤਰੀਕਾ ਕਰ
ਚਰਨ ਆਪ ਜੀ ਨੂੰ ਕਿਵੇਂ ਬਣਾਉਂਦਾ ਇਹ ਠੀਕ ਨਹੀਂ ਹੈ। ਦੁਰ ਹੋ ਆਪ ਸੰਗਤ ਦੁਖ ਪਾਹੀ। ਆਪ ਜੀ ਤਾਂ ਮਾਰਾ ਆਪ ਕੇ ਇੱਥੇ ਲੋਪ ਹੋ ਜੇ ਤੇ ਸੰਗਤਾਂ ਦੁੱਖ ਪਾਉਣ। ਨਿਕਸੋ ਵਹਿਰ ਦਿਖਾਵੋ ਦਰਸ਼ਨ। ਮੇਰਾ ਬੇਨਤੀ ਮੰਨੋ ਮਕਾਨ ਤੋਂ ਬਾਹਰ ਆਓ, ਸੰਗਤਾਂ ਨੂੰ ਦਰਸ਼ਨ ਬਖਸ਼ੋ। ਘਰ ਹੈ ਸੰਗਤ ਪਾਇਨ ਪਰਸਨ। ਇਸ ਕਰਕੇ ਆਪ ਜੀ ਦੇ ਮਹਾਰਾਜ ਚਰਨਾਂ ਨੂੰ ਸੰਗਤਾਂ ਛੋਣ। ਸ੍ਰੀ ਅੰਗਦ ਕੀ ਸਿਮਰਹੁ ਸਿੱਖਿਆ। ਬਾਕੀ ਮਹਾਰਾਜ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਅਖੀਰ ਤੇ ਸਿੱਖਿਆ ਦਿੱਤੀ ਸੀ ਉਹ ਯਾਦ ਕਰੋ। ਨਾਮ ਜਪਾਏ ਕਰੋ ਸਿੱਖ ਰੱਖਿਆ। ਉਹਨਾਂ ਨੇ ਕਿਹਾ ਸੀ ਤੁਸੀਂ ਨਾਮ ਜਪਾਉਣਾ ਹੈ, ਸਿੱਖਾਂ ਸੇਵਕਾਂ ਦੀ ਰੱਖਿਆ ਕਰਨੀ ਹੈ, ਫਿਰ ਉਸ ਮਹਾਰਾਜ ਸਿੱਖਾਂ ਦੀ ਰੱਖਿਆ ਕਰੋ ਨਾਲੇ ਨਾਮ ਜਪਾਓ ਇਹਨਾਂ ਨੂੰ। ਸੁਨਤ ਭਏ ਸ੍ਰੀ ਅਮਰ ਪ੍ਰਸੰਨ। ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਸਾਰੇ ਬਚਨ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋ ਗਏ। ਕਹਿਤ ਭਏ ਬ੍ਰਿਧ ਜੀ ਤੁਮ ਧਨ। ਕਹਿਣ ਲੱਗੇ ਵੀ ਬਾਬਾ ਬੁੱਢਾ ਸਾਹਿਬ ਵੀ ਤੂੰ ਧੰਤਾ ਯੋਗ ਹੈ। ਸੁਨ ਕਾਰ ਬ੍ਰਿਧ ਤਬ ਬਾਕ ਬਖਾਨੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਕੇ ਫਿਰ ਬਚਨ ਕਹੇ। ਸਭ ਸਿੱਖਨ ਕੇ ਤੁਮ ਹੋ ਪ੍ਰਾਨੇ। ਕਹਿੰਦੇ ਵੀ ਤੂੰ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕਾਂ ਦੇ ਪ੍ਰਾਣ ਹੈ, ਜਿੰਦ ਜਾਨ ਹੈ। ਸੰਗਤ ਆਪਣੀ ਵਿਆਕੁਲ ਜਾਨੋ। ਹਾਂ ਆਪਣੀ ਸੰਗਤ ਨੂੰ ਕਹਿੰਦੇ ਤੂੰ ਵਿਆਕਲ ਜਾਣਿਆ। ਦਰਸ਼ਨ ਦੇਹੁ ਕਾਸ਼ਟ ਕੋ ਹਨ। ਕਹਿੰਦੇ ਕਿੱਧਰ ਚਲਿਆ ਜਾਵੀ ਹੋਰੀ ਸੁਣ ਕਰ ਬਿਰਤਾ ਬਾਕ ਬੁਖਾਨੇ। ਸਿੱਖ ਸੰਗਤ ਕੇ ਤੁਮ ਹੋ ਪ੍ਰਾਨੇ। ਹਾਂ ਸੁਣ ਕਰ ਬਿਰਤਾ ਬਾਕ ਬਖਾਨੇ। ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ। ਸਭ ਸਿੱਖਨ ਕੇ ਤੁਮ ਹੋ ਪ੍ਰਾਨੇ। ਮਹਾਰਾਜ ਜਿੰਨੇ ਗੁਰੂ ਕੇ ਸਿੱਖ ਸੇਵਕ ਉਹਨਾਂ ਦੇ ਤੁਸੀਂ ਪ੍ਰਾਣ ਹੋ, ਜਿੰਦ ਜਾਨ ਹੋ। ਸੰਗਤ ਆਪਣੀ ਵਿਆਕੁਲ ਜਾਨੋ। ਆਪਣੀ ਸੰਗਤ ਨੂੰ ਮਹਾਰਾ ਬਹੁਤ ਵਿਆਕੁਲ ਹੋਈ, ਘਬਰਾਈ ਹੋਈ ਜਾਣੋ। ਦਰਸ਼ਨ ਦੇਹੁ ਕਾਸ਼ਟ ਕੋ ਹਨ। ਬਾਹਰ ਆ ਕੇ ਦਰਸ਼ਨ ਜੇ ਉਹਨਾਂ ਦੇ ਦੁੱਖ ਦੂਰ ਕਰੋ ਜੀ। ਧਰ ਹੈ ਕਾਮਨਾ ਪੂਰਨ ਕਰੀਐ। ਜਿਹੜੇ ਗੁਰਸਿੱਖ ਕੋ ਕਾਮਨਾ ਰੱਖ ਰਹੇ ਹੋ ਮਹਾਰਾ ਬਾਹਰ ਆ ਕੇ ਦਰਸ਼ਨ ਦੇ ਕੇ ਮੇਰ ਕਰਕੇ ਪੂਰੀਆਂ ਕਰ ਦਈਏ। ਬਿਰਦ ਕਿਰਪਾਲ ਸਦੀਵ ਵਿਚਾਰੀਐ। ਆਪ ਹੀ ਦਾ ਜਿਹੜਾ ਸੁਭਾਅ ਦਿਆਲੂ ਕਿਰਪਾਲੂ ਉਹਨੂੰ ਹਮੇਸ਼ਾ ਵਿਚਾਰੀਏ, ਉਹ ਸੰਸਾਰ ਕਿਰਪਾ ਕਰੀਏ। ਬੇਨਤੀ ਕਰ ਕੈ ਬਾਕ ਉਚਾਰਾ। ਬਾਬਾ ਬੁੱਢਾ ਸਾਹਿਬ ਨੇ ਜਦੋਂ ਬੇਨਤੀਆਂ ਕਰਕੇ ਬਚਨ ਕਿਹਾ। ਉਠ ਹੋ ਆਪ ਅਬ ਖੋਲਹੁ ਦੁਆਰਾ। ਦੁਆਰਾ ਉਠੋ ਆਪ ਹੁਣ ਦਰਵਾਜ਼ਾ ਖੋਲ ਦਿਓ। ਸੁਨ ਕੈ ਬ੍ਰਿਧ ਜੀ ਆਨੰਦ ਬਿਲੰਦਿਓ। ਕਿ ਬਾਬਾ ਬੁੱਢਾ ਸਾਹਿਬ ਜੀ ਬਹੁਤ ਹੀ ਆਨੰਦ ਖੁਸ਼ ਹੋ ਗਏ। ਤੂਰਨ ਉਠਿਓ ਗੁਰੂ ਪਦ ਬੰਦਿਓ। ਝਟਪਟ ਉੱਠਿਆ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਖੋਲ ਦੀਨ ਤਬ ਕੋਸ਼ਟ ਦੁਆਰਾ। ਉਸ ਮਕਾਨ ਦਾ ਕੋਠੇ ਦਾ ਦਰਵਾਜ਼ਾ ਜਾ ਖੋਲ ਦਿੱਤਾ ਹੈ। ਸਭ ਸੰਗਤ ਕਉ ਤਬ ਹੈ ਹਕਾਰਾ। ਦਰਵਾਜ਼ਾ ਮਾਰ ਮਾਰ ਕੇ ਸਾਰੀਆਂ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਨੇ ਸੱਦਿਆ ਹੈ। ਦੇਖਤ ਹੁਤੀ ਸੁਨ ਗੁਰ ਕੀ ਆਗਿਆ। ਇਸ ਤਰ੍ਹਾਂ ਕਹਿੰਦੇ ਗੁਰੂ ਕੀ ਆਗਿਆ ਸੀ, ਉਹ ਸੁਣ ਕੇ ਸੰਗਤਾਂ ਪਹਿਲਾਂ ਦੇਖ ਹੀ ਰਹੀਆਂ ਸੀ ਵੀ ਕਦੋਂ ਆਗਿਆ ਹੋਵੇ। ਉਹ ਸੁਣਿਆ ਜਦੋਂ ਹਰਖਤ ਭਏ ਪ੍ਰੇਮ ਰਸ ਪਾਗਿਆ। ਸਾਰੇ ਗੁਰਸਿੱਖ ਖੁਸ਼ ਹੋ ਗਏ, ਪ੍ਰੇਮ ਰਸ ਵਿੱਚ ਰੰਗੇ ਗਏ। ਹੁਮ ਹੁਮਾਏ ਸੰਗਤ ਸਭ ਆਏ। ਜਿੰਨੀ ਗੁਰੂ ਕੀ ਸਿੱਖ ਸੰਗਤ ਹਮ ਹਮਾ ਕੇ ਇੱਕ ਦੂਸਰੇ ਨੂੰ ਅੱਗੇ ਬਲ ਕੇ ਆਈ ਹੈ। ਭਈ ਭੀਰ ਤਹ ਥਾਉ ਨ ਪਾਈ। ਨੀ ਉੱਥੇ ਸੰਗਤ ਦੀ ਭੀੜ ਹੋ ਗਈ ਹੈ, ਕਹਿੰਦੇ ਇਸ ਤਰ੍ਹਾਂ ਖੜਨ ਨੂੰ ਥਾਂ ਨਹੀਂ ਮਿਲ ਰਿਹਾ ਹੈ। ਪਦ ਪੰਕਜ ਪਰਸੈ ਕਰ ਬੰਦ ਹੈ। ਮਹਾਰਾਜ ਦੇ ਚਰਨਾਂ ਕਮਲਾਂ ਨੂੰ ਛੂਹਦੇ ਹੈ, ਨਮਸਕਾਰਾਂ ਕਰਦੇ ਹੈ। ਦਰਸੈ ਸਤਿਗੁਰ ਹਿਰਦੈ ਆਨੰਦ ਹੈ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਦੇ ਹਿਰਦਿਆਂ ਵਿੱਚ ਬੜੇ ਆਨੰਦ ਖੁਸ਼ ਹੁੰਦੇ। ਧਰ ਹੈ ਉਪਾਇਨ ਪ੍ਰੇਮ ਵਧਾਵੈ ਕਿ ਹੈ। ਧਾਵਾਂ ਰੱਖਦੇ ਹੈ, ਬੜਾ ਪ੍ਰੇਮ ਪਿਆਰ ਵਧਾਉਂਦੇ ਹੈ। ਜੈ ਜੈਕਾਰ ਉਚਾਰ ਸੁਨਾਵੈ ਹੈ। ਦੇਖੋ ਗੁਰੂ ਅਮਰਦਾਸ ਸਾਹਿਬ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਜੈ ਜੈਕਾਰ ਕਰਕੇ ਸੁਣਾਉਂਦੇ ਬਚਨ। ਸਭ ਸੰਗਤ ਬੈਠੀ ਹਰ ਖਾਏ। ਜਿਹੜੀਆਂ ਗੁਰੂ ਕੀਆਂ ਸਿੱਖ
ਅਨੇਕ ਸੰਗਤਾਂ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਸੰਗ ਖੁਸ਼ ਹੋਈਆਂ ਬੈਠੀਆਂ। ਭੇਟਨ ਕੇ ਅੰਬਾਰ ਲਗਾਏ, ਇੰਨੀਆਂ ਭੇਟੀਆਂ ਲਿਆ ਕੇ ਰੱਖੀਆਂ, ਢੇਰ ਲਗਾਤਾ ਹੈ। ਸਭਨ ਕਾਮਨਾ ਸਤਿਗੁਰ ਭਰੀ, ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਦੀਆਂ ਕਾਮਨਾ ਭਰ ਦਿੱਤੀਆਂ, ਜਿਹੜੀ ਪੂਰੀਆਂ ਕਰ ਦਿੱਤੀਆਂ। ਬ੍ਰਿਧ ਪੁੰਨ ਕਹਿਓ ਤੁਰੰਗਨ ਖਰੀ, ਫਿਰ ਬਾਬਾ ਬੁੱਢਾ ਸਾਹਿਬ ਨੇ ਕਿਹਾ, ਮਹਾਰਾਜ ਆਪ ਜੀ ਦੀ ਸਵਾਰੀ ਵਾਲੀ ਆ ਘੋੜੀ ਖੜੋਤੀ ਹੋਈ ਹੈ। ਉਠੋ ਅਰੂਢੋ ਚੱਲੋ ਕਿਰਪਾਲਾ, ਇੱਥੋਂ ਉੱਠੋ ਇਹਦੇ ਤੇ ਸਵਾਰ ਹੋ ਕੇ ਹੁਣ ਚੱਲੋ ਦਿਆਲੂ ਕਿਰਪਾਲੂ। ਸਾਧਨ ਆਪਨੇ ਗੋਇੰਦ ਵਾਲਾ, ਇੱਥੇ ਸ੍ਰੀ ਗੋਇੰਦਵਾਲ ਸਾਹਿਬ ਆਪ ਜੀ ਦੇ ਰਹਿਸ਼ੀ ਮਕਾਨ ਬਣੇ ਹੋਏ ਹੈ। ਉੱਠੇ ਗੁਰੂ ਆਸ ਬਚਨ ਅਲਾਏ, ਗੁਰੂ ਅਮਰਦਾਸ ਸਾਹਿਬ ਜੀ ਉੱਠ ਖੜੋ ਤੇ ਇਸ ਤਰ੍ਹਾਂ ਬਚਨ ਕਹੇ। ਇਸੇ ਸੰਨ ਜੋ ਦਰਸ਼ਨ ਪਾਏ, ਬਾਬਾ ਬੁੱਢਾ ਸਾਹਿਬ ਜਿਹੜਾ ਤੂੰ ਸੰਨ ਜਾ ਲਾਇਆ, ਪਹਾੜ ਜਾ ਲਾਇਆ ਹੈ, ਇਹਦਾ ਜਿਹੜਾ ਕੋਈ ਆ ਕੇ ਸਿੱਖ ਦਰਸ਼ਨ ਕਰਿਆ ਕਰੇ। ਸਿੱਖੀ ਪ੍ਰਾਪਤ ਹੋਇ ਤਿਸ ਤਾਈ, ਉਸ ਦੇ ਤਾਈ ਗੁਰੂ ਨਾਨਕ ਸਾਹਿਬ ਦੀ ਪੂਰਨ ਸਿੱਖੀ ਪ੍ਰਾਪਤ ਹੋ ਜਾਊਗੀ। ਜਮਦੂਤਨ ਸ਼ਾਸਨ ਮਿਟ ਜਾਏ, ਜਮਦੂਤਾਂ ਦੀ ਜਿਹੜੀ ਕੋਈ ਤਾੜਨਾ ਸਜ਼ਾ ਉਹਦੀ ਖਤਮ ਹੋ ਜਾਏ, ਉਹਦੀ 84 ਕੱਟੀ ਜਾਇਆ ਕਰੇਗੀ। ਸੋ ਮਰਜ਼ਾਦਾ ਵੀ ਸਰੋਵਰ ਇਸ਼ਨਾਨ ਕਰਕੇ ਉਦੋਂ ਬਾਅਦ ਫਿਰ ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਅਰਦਾਸ ਕਰਕੇ ਫਿਰ ਉਹ ਸੰਨ ਸਾਹਿਬ ਦੇ ਵਿੱਚ ਦੀ ਲੰਘ ਜਾਣਾ ਹੈ। ਆਸ ਕਹਿ ਬਹਿਰ ਆਏ ਸੁਖਦਾਈ, ਈਸ਼ਵਰਾਂ ਦੇ ਬਚਨ ਕਹਿ ਕੇ ਸੁਖ ਦੇਣ ਵਾਲੇ ਸਤਿਗੁਰੂ ਮਕਾਨ ਤੋਂ ਬਾਹਰ ਆ ਗਏ। ਦਾਸ ਤੁਰੰਗਨ ਕੀ ਅਗਵਾਈ, ਜਿਹੜਾ ਸੇਵਕ ਘੋੜੀ ਲਈ ਖੜੋਤਾ ਸੀ ਉਹਨੇ ਅੱਗੇ ਕਰ ਦਿੱਤੀ ਹੈ। ਤਬ ਸ੍ਰੀ ਅਮਰ ਫੇਰ ਕਰ ਹੱਥ, ਜਦੋਂ ਘੋੜੀ ਦੇ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਨੇ ਹੱਥ ਜਾ ਫੇਰ ਕੇ ਚੜੇ ਸਿਮਰ ਸ੍ਰੀ ਨਾਨਕ ਨਾਥਾ, ਗੁਰੂ ਨਾਨਕ ਸਾਹਿਬ ਮਾਲਕ ਨੂੰ ਯਾਦ ਕਰਕੇ ਉਹਦੇ ਉੱਪਰ ਸਵਾਰ ਹੋ ਗਏ, ਚੜ ਗਏ। ਆਵਤ ਭੇਤਬ ਗੋਇੰਦਵਾਲ, ਇਸ ਤਰ੍ਹਾਂ ਕਹਿੰਦੇ ਚੱਲਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਕੇ ਆਪ ਪਹੁੰਚੇ। ਭੇ ਪ੍ਰਸੰਨ ਨਰ ਨਾਰੀ ਜਾਲ, ਗੋਇੰਦਵਾਲ ਦੇ ਇਸਤਰੀ ਪੁਰਸ਼ ਹੈ, ਮਹਾਰਾਜ ਦੇ ਆਉਣ ਕਰਕੇ ਬਹੁਤ ਪ੍ਰਸੰਨ ਹੋ ਗਏ। ਦੀਪ ਮਾਲ ਸਗਰੇ ਪੁਰ ਹੋਈ, ਸਾਰੇ ਗੋਇੰਦਵਾਲ ਸ਼ਹਿਰ ਦੇ ਵਿੱਚ ਦੀਵਿਆਂ ਦੀ ਮਾਲਾ ਦੀਵੇ ਜਗਾਏ ਗਏ। ਦਰਸ਼ਨ ਕੋ ਆਏ ਸਭ ਕੋਈ, ਜਿੰਨੇ ਗੋਇੰਦਵਾਲ ਸੇ ਮਾਈ ਭਾਈ ਹੈ ਸਭ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਚਲੇ ਆਏ। ਫੂਲਨ ਮਾਲ ਆਨ ਤੇ ਕੇਈ, ਕਈ ਤਾਂ ਫੁੱਲਾਂ ਦੀਆਂ ਮਾਲਾ ਗੁੰਦ ਗੁੰਦ ਕੇ ਲਿਆ ਰਹੇ। ਦਰਸ਼ਨ ਕਿਤਕ ਆਨ ਫਲ ਲਈ, ਮਹਾਰਾਜ ਦਾ ਦਰਸ਼ਨ ਕਰਨ ਦਾ ਹੀ ਆ ਕੇ ਫਲ ਲੈ ਰਹੇ। ਮਦਰ ਪ੍ਰਸਾਦ ਭਇਓ ਸਮਦਾਈ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜਾ ਮਿੱਠਾ ਪ੍ਰਸ਼ਾਦ ਬਹੁਤ ਦਾਤ ਵਿੱਚ ਹੋ ਗਿਆ ਹੈ। ਵਰਤਹਿ ਸੰਗਤ ਸਗਲ ਅਗਾਈ, ਇੰਨਾ ਖੁੱਲਾ ਗੱਫਾ ਵਰਤ ਰਿਹਾ, ਸੰਗਤਾਂ ਛਕ ਛਕ ਕੇ ਰੱਜ ਗਈਆਂ ਹਨ। ਆਸ ਉਤਸਵ ਮਹਿ ਰਜਨੀ ਥਾਈ, ਇਸ ਤਰ੍ਹਾਂ ਕਹਿੰਦੇ ਰਾਤ ਦੇ ਸਮੇਂ ਬੜਾ ਭਾਰੀ ਉਤਸ਼ਾਹ ਹੋਇਆ ਹੈ। ਪਾਠ ਸੋਹਿਲਾ ਸੁਪਤੇ ਸੁਖ ਪਾਈ, ਸੋਹਿਲਾ ਦਾ ਪਾਠ ਪੜ ਕੇ ਸੁਖ ਪਾ ਕੇ ਮਹਾਰਾਜ ਵੀ ਸੰਗਤਾਂ ਵੀ ਬਰਾਜ ਗਈਆਂ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਤ੍ਰਿਤੀਯ ਮਹੱਲੇ ਸ੍ਰੀ ਗੁਰੂ ਗੋਇੰਦਵਾਲ ਆਗਮਨ ਪ੍ਰਸੰਗ ਵਰਣਨੰ ਨਾਮ ਪ੍ਰਥਮੋ ਮੰਦਰਹਿ ਦੋਹਰਾ। ਪ੍ਰਾਤਾ ਕਾਲ ਸ੍ਰੀ ਗੁਰ ਉਠੇ, ਜਦੋਂ ਸਵੇਰ ਦਾ ਸਮਾਂ ਹੋਇਆ ਸੁਭਾਈਮਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਉੱਠ ਖੜੋਤੇ। ਨਹਾਏ ਧਿਆਨ ਲਗਾਏ, ਪਹਿਲਾ ਇਸ਼ਨਾਨ ਕੀਤਾ, ਫਿਰ ਅੱਖਾਂ ਬੰਦ ਕਰਕੇ ਧਿਆਨ ਲਗਾ ਲਿਆ ਹੈ। ਗੁਰਗਾਦੀ ਪਰ ਥਿਤ ਪਏ, ਦਿਨ ਚੜੇ ਫਿਰ ਗੁਰਤਾ ਗੱਦੀ ਦੇ ਤਖਤ ਉੱਪਰ ਸਥਿਤ ਹੋ ਗਏ। ਦਾਏ ਦਰਸ ਸੁਖਦਾਈ, ਸੁਖਦਾਈ ਸਤਿਗੁਰੂ ਨੇ ਸਭ ਗੁਰਸਿੱਖਾਂ ਨੂੰ ਦਰਸ਼ਨ ਬਖਸ਼ੇ। ਪਾਦੜੀ ਛੰਦ ਸ੍ਰੀ ਅਮਰਦਾਸ ਜਿਮ ਮਾਰ ਤੰਡ, ਕੋਈ ਕਹਿੰਦਾ ਸੋਭਾ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਕਹਿੰਦੇ ਸੂਰਜ ਹੁੰਦਾ ਨਾ ਮਹਾਨ। ਗਾਦੀ ਗੁਰੂਨ ਸਯੰਦਨ ਅਖੰਡ, ਜਿਹੜੀ ਗੁਰਤਾ ਗੱਦੀ ਹੈ ਰਥ ਵਾਂਗ ਹੈ, ਇਹਦੇ ਉੱਪਰ ਰਸ ਵੀ ਗੱਦੀ ਉੱਪਰ
ਸੁਭਾਏਮਾਨ ਹੋ ਗਏ, ਸਥਿਤ ਹੋ ਗਏ ਹਨ। ਤਿਸ ਪਰ ਅਰੂੜ ਥਿਤ ਹੋਏ ਆਪ, ਗੁਰਤਾ ਗਦੀ ਰਥ ਉੱਪਰ ਚੜ ਕੇ ਆਪ ਸਥਿਤ ਹੋ ਗਏ, ਬੈਠ ਗਏ, ਸਜ ਗਏ। ਈਨਸ ਪ੍ਰਕਾਸ਼ ਸਭ ਦਿਸ਼ ਪ੍ਰਤਾਪ, ਸਾਰੇ ਤਰਸੀ ਪ੍ਰਤਾਪ ਰੂਪੀ ਪ੍ਰਕਾਸ਼ ਕੀਤਾ ਆਪ ਜੀ ਨੇ। ਸਵਈਆ ਛੰਦ ਚੱਕਰਵਰਤ ਜਿਮ ਪੋਸ਼ਿਸ਼ ਦੂਸਰ, ਕਵੀ ਜੀ ਕਹਿੰਦੇ ਜਿਵੇਂ ਚੱਕਰਵਰਤੀ ਬਾਦਸ਼ਾਹ ਪਹਿਲੀ ਪੁਸ਼ਾਕ ਲਾ ਕੇ ਦੂਸਰੀ ਪਹਿਨ ਲੈਂਦਾ, ਪਹਿਰਹਿ ਤਿਮ ਇਹ ਰੂਪ ਸੁਹਾਏ, ਪਾ ਲੈਂਦਾ, ਇਸ ਤਰ੍ਹਾਂ ਕਹਿੰਦੇ ਤੀਸਰਾ ਸਰੂਪ ਸੁਭਾਏਮਾਨ ਹੋ ਗਿਆ। ਜਿਮ ਇੱਕ ਖੇਲੀ ਖੇਲ ਕਰੇ, ਜਿਵੇਂ ਇੱਕ ਜਿਹੜਾ ਤਮਾਸ਼ ਕਰਨ ਵਾਲਾ ਖੇਲ ਕਰਨ ਵਾਲਾ ਉਹ ਖੇਲ ਜੀ ਕਰਦਾ ਹੈ। ਬਹੁ ਬਦਲਾ ਹੈ ਵੇਖ ਜਗਤ ਦਿਖ ਰਾਏ, ਇਸ ਤਰ੍ਹਾਂ ਕਹਿੰਦੇ ਬਹੁਤੇ ਭੇਖ ਜੇ ਬਦਲਾ ਸੰਸਾਰ ਨੂੰ ਦਿਖਾਉਂਦਾ ਹੁੰਦਾ ਉਹ ਇੱਕੋ ਹੀ ਹੈ ਤਮਾਸ਼ਗੀਰ। ਦੇਖਨ ਹਾਰ ਭਿੰਨ ਪਹਿਚਾਨ ਹੈ, ਜਿਹੜੇ ਉਹ ਤਮਾਸ਼ਾ ਦੇਖਣ ਵਾਲੇ ਆ ਉਹ ਕਹਿੰਦੇ ਵੱਖਰਾ ਵੱਖਰਾ ਪਛਾਣਦੇ ਆ। ਉਹੀ ਰਾਜਾ ਬਣ ਕੇ ਆ ਜਾਂਦਾ, ਉਹੀ ਸੇਵਕ, ਉਹੀ ਦਾਲ ਫਰਿਆਦ ਕਰਨ ਵਾਲਾ ਓ ਜੋ ਇਕੱਲਾ ਹੀ ਸਭ ਕੁਛ ਵਾਂਗ ਜਾ ਧਰ ਕੇ ਆਈ ਜਾਂਦਾ ਹੈ। ਸਭ ਕੀ ਮਤ ਕੋ ਦੇਹ ਬਿਰ ਮਾਏ, ਸਾਰੇ ਤਮਾਸ਼ਾ ਦੇਖਣ ਵਾਲਿਆਂ ਦੀ ਅਕਲਬਦ ਨੂੰ ਪਰਮਾ ਦਿੰਦਾ ਹੈ। ਢਿਗ ਵਰਤੀ ਜੋ ਦਾਸ ਤਾਹੇ ਕੋ, ਪਰ ਜਿਹੜਾ ਕਹਿੰਦੇ ਉਹ ਖੇਲ ਕਰਨ ਵਾਲਾ ਤਮਾਸ਼ਾ ਦਿਖਾਉਣ ਵਾਲਾ ਉਹਦੇ ਕੋਲ ਰਹਿਣ ਵਾਲਾ ਜਿਹੜਾ ਦਾਸ ਦਾ ਨੌਕਰ ਉਹਦਾ ਹੁੰਦਾ ਹੈ। ਲਖ ਹੈ ਸੋ ਇੱਕ ਬਾਹ ਵੇਖ ਉਹ ਬਣਾਏ, ਜਾਣਦਾ ਹੁੰਦਾ ਵੀ ਇੱਕੋ ਹੀ ਹੈ ਤਮਾਸ਼ਗੀਰ। ਬਹੁਤੇ ਭੇਖ ਜੇ ਬਣਾਉਂਦਾ, ਬਹੁਤੇ ਸਵਾਂਗ ਜੇ ਬਣਾਉਂਦਾ, ਇਕੱਲਾ ਹੀ। ਤਿਮ ਸਤਿਗੁਰ ਕੇ ਸਿੱਖ ਸਮੀਪੀ, ਐਵੇਂ ਜਿਹੜੇ ਬਾਬਾ ਬੁੱਢਾ ਸਾਹਿਬ ਹੋਰ ਗੁਰੂ ਕੇ ਸਿੱਖ ਜਿਹੜੇ ਸਤਿਗੁਰੂ ਦੇ ਪੂਰੇ ਨਜ਼ਦੀਕੀ ਹਜ਼ੂਰੀ ਚ ਰਹਿਣ ਵਾਲੇ ਆ, ਸੋ ਜਾਣੈ ਇੱਕ ਜੋਤ ਜਗੰਤ, ਉਹ ਜਾਣਦੇ ਆ ਵੀ ਉਹੀ ਗੁਰੂ ਨਾਨਕ ਵਾਲੀ ਜਿਹੜੀ ਜੋਤ ਹੁਣ ਤੀਸਰੇ ਥਾਂ ਜਗ ਪਈ ਹੈ। ਅਪਰ ਸਰੀਰ ਧਰਨ ਸਮ ਵੇਖ ਸੋ, ਹੋਰ ਜਿਹੜਾ ਸਰੀਰ ਧਾਰਨਾ ਉਹ ਜਿਵੇਂ ਤਮਾਸ਼ਗੀਰ ਹੋਰ ਲਿਬਾਸ ਪਹਿਨ ਲੈਂਦਾ ਹੋ ਜਾਈ ਹੈ। ਦ੍ਰਿੜ ਮਤ ਰਾਖੈ ਨਹੀਂ ਬੁਲੰਤ, ਆਪਣੀ ਅਕਲ ਬੁੱਧ ਨੂੰ ਐਨ ਭਰੋਸੇ ਸਿਰ ਪੱਕੀ ਰੱਖਦੇ ਨਹੀਂ, ਉਹ ਭੁੱਲਦੇ ਨਹੀਂ, ਡਾਮਾ ਡੋਲ ਹੁੰਦੇ ਆ। ਸ੍ਰੀ ਨਾਨਕ ਅੰਗਦ ਅਬਸੋ, ਸ੍ਰੀ ਨਾਨਕ ਅੰਦਰ ਅਵਸੋ ਇਹੋ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਸੀ, ਹੁਣ ਕਹਿੰਦੇ ਇਹ ਹਨ ਇਹ ਤੀਸਰੇ ਪਾਤਸ਼ਾਹ ਹਨ। ਬੈਠੋ ਤਖਤ ਸੁਹਾਏ ਮਹੰਤ, ਇਹ ਕਹਿੰਦੇ ਬੈਠੇ ਹੋਏ ਤਖਤ ਉੱਪਰ ਸੁਹਾਏਮਾਨ ਹੋ ਗਏ, ਬੜੇ ਮਹੰਤ ਪੂਜਨੀਕ ਸਤਿਕਾਰਯੋਗ। ਆਏ ਸਪਾਏ ਸਿੱਖ ਸਭ ਆਏ, ਆਗਿਆ ਪਾ ਕੇ ਸਾਰੇ ਸਿੱਖ ਦਰਸ਼ਨ ਕਰਨ ਲਈ ਚਲੇ ਆਏ। ਬੰਦਨ ਕਰ ਅਕੂਰ ਅਰ ਪੰਤ, ਨਮਸਕਾਰਾਂ ਕਰ ਕਰਕੇ ਅੱਗੇ ਭੇਟਾਵਾਂ ਰੱਖ ਰਹੇ ਹੈ। ਦਰਸ਼ਨ ਕਰ ਕਰ ਆਨੰਦ ਧਰ ਧਰ, ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਆਨੰਦ ਬੜਾ ਧਾਰ ਧਾਰ ਕੇ। ਮਿਲ ਮਿਲ ਗੁਣ ਕਹਿ ਕਹਿ ਸਹਿ ਪ੍ਰੇਮ, ਬੜੇ ਪ੍ਰੇਮ ਦੇ ਸਹਿਤ ਮਿਲ ਮਿਲ ਕੇ ਸਤਿਗੁਰਾਂ ਦੇ ਗੁਣਾਂ ਨੂੰ ਕਹਿੰਦੇ ਸੁਣਦੇ। ਉਦਿਓ ਗਿਆਨ ਰਵ ਹਰ ਅਗਿਆਨ ਤਮ, ਗੁਰੂ ਅਮਰਦਾਸ ਸਾਹਿਬ ਤਾਂ ਗਿਆਨ ਦਾ ਸੂਰਜ ਚੜ ਗਏ, ਅਗਿਆਨ ਦਾ ਹਨੇਰਾ ਇਹਨਾਂ ਨੇ ਨਾਸ਼ ਕਰ ਦਿੱਤਾ ਹੈ। ਪੁਰ ਹੈ ਕਾਮਨਾ ਪ੍ਰਾਪਤ ਛੇਮ, ਨਵੀਂ ਕਾਮਨਾ ਪੂਰੀਆਂ ਕਰਦੇ ਆ ਸਾਵਰਿਆਂ ਨੂੰ ਛੇਮ ਮੁਕਤੀ ਪ੍ਰਾਪਤ ਹੋ ਰਹੀ ਹੈ। ਦਰਸ਼ਨ ਕਾਂਖੀ ਸਿੱਖ ਸਕਲ ਜੇ, ਇੰਨੇ ਸਾਰੇ ਸਿੱਖ ਜੋ ਮਹਾਰਾਜ ਦੇ ਦਰਸ਼ਨਾਂ ਦੇ ਇੱਛਕ ਸਨ, ਚਾਹਵਾਨ ਸਨ। ਹਿਰਦੇ ਸੁਖ ਸੁਧ ਤਪਤਿਓ ਜਿਮ ਹੇਮ, ਇਹਨਾਂ ਦੇ ਹਿਰਦੇ ਸ਼ੁੱਧ ਹੋਇਆ ਜਿਵੇਂ ਕਹਿੰਦੇ ਉਹ ਤਪਾਇਆ ਹੋਇਆ ਸੋਨਾ ਸ਼ੁੱਧ ਕੀਤਾ 12 ਮੰਨੀ ਦਾ ਹੁੰਦਾ ਹੈ। ਨਮਰ ਹੋਏ ਕਰ ਬੈਠ ਗਏ ਢਿਗ, ਐਸੇ ਸ਼ੁੱਧ ਹਿਰਦੇ ਵਾਲੇ ਸਿੱਖ ਬਹੁਤ ਨੀਵੇਂ ਨਿਮਰਤਾ ਸਹਿਤ ਹੋ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਗਏ। ਜਿਨ ਕੇ ਮਨ ਸਿੱਖੀ ਕੋ ਨੇਮ, ਜਿਨ੍ਹਾਂ ਦੇ ਸਿੱਖਾਂ ਦੇ ਮਨ ਵਿੱਚ ਗੁਰੂ ਕੇ ਸਿੱਖੀ ਦਾ ਨਿਯਮ ਹੈ, ਨਿਤਨੇਮੀ ਹੈ। ਸੁਤ ਸਹਿਜਾਦੇ ਆਏ ਰਜਾਦੇ, ਹਾਂ ਸਾਹਿਬਜ਼ਾਦਾ ਵੀ ਆ ਗਏ ਹਨ, ਪੁੱਤਰ ਵੀ ਆ ਗਏ, ਸਹਿਜਾਦੇ
और जरा कीर्तन करने वाला रजादा भी आ गया है। करियो कीर्तन राग अलाप। हाँ, जरा सजादे का पुत्र रजादा है, उसने आके कीर्तन किया राग अलाप के। श्री गुर को दरबार लग्यो पिख। हाँ, गुरु अमरदास साहब जी का बड़ा दूर तक ही दरबार लग्या वेख के। सिखन के मन आनंद थाप। सिखां दे मन दे विच बड़ा भारी आनंद स्थित हो गया है। सोना शब्द निज भाग बड़े लख। गुरबाणी दे शब्द सुनदे अपने बड़े भाग जानदे। बिथरियो जह कह गुरु प्रताप। किथे किथे गुरु अमरदास साहब दा तेज प्रताप फैल गया है। थापो थापन सब समर्थ। हे गुरु अमरदास साहब महाराज तां ਜਿਹੜੇ ਕੋਈ ਥਾਪਣ ਵਾਲਨ ਵਿੱਚ ਵੀ ਸਮਰੱਥ ਹੈ, ਇੱਜ਼ਤ ਕਰਨ ਵਿੱਚ ਤੇ ਇੱਜ਼ਤ ਕੀਤਿਆਂ ਨੂੰ ਪੁੱਟਣ ਵਿੱਚ ਵੀ, ਖਤਮ ਕਰਨ ਵਿੱਚ ਹੀ ਸਮਰੱਥ ਹਨ। ਪਾਪ ਕਲਾਪ ਖਾਪ ਹਰ ਜਾਪ। ਸੋ ਪਾਪਾਂ ਨੂੰ ਖਤਮ ਕਰਨ ਵਾਲੇ ਹਰੀ ਦਾ ਜਾਪ ਜਪਾ ਕੇ। ਦੋਹਰਾ ਗੁਰਤਾ ਗਾਦੀ ਪਰ ਥੇਰੇ। ਇਸ ਤਰ੍ਹਾਂ ਗੁਰਤਾ ਗੱਦੀ ਦੇ ਤਖਤ ਉੱਪਰ ਟਿਕੇ। ਤ੍ਰਿਤੀਯ ਰੂਪ ਨਵੀਨ। ਜਿਹੜਾ ਤੀਸਰਾ ਸਰੂਪ ਹੈ ਹੁਣ ਨਵਾਂ ਨਵੀਨ। ਬ੍ਰਿਧ ਸਬਨ ਸੋ ਮਿਲ ਤਬੈ। ਬ੍ਰਿਧ ਸਿੱਖਨ ਸੋ ਮਿਲ ਤਬੈ। ਖਾਈਆਂ ਗੰਭੀਲੇ ਨਾਲ ਸੱਗਾ ਦੇ ਕੇ ਸੋਨਾ ਵਿੱਚ ਬਾਬਾ ਬੁੱਢਾ ਸਾਹਿਬ ਸੁੱਖਾਂ ਦੇ ਨਾਲ ਮਿਲ ਕੇ। ਅਸਬੇ ਦੋਸਤਤ ਕੀਨ। ਇਸ ਤਰ੍ਹਾਂ ਕਹਿੰਦੇ ਉਸਤਤੀ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ। ਤ੍ਰਿਭੰਗੀ ਛੰਦ ਕਲ ਜੁਗ ਨਰ ਤਾਰਨ ਲਖ ਇਹੋ ਕਾਰਨ। ਇਹ ਗੁਰੂ ਅਮਰਦਾਸ ਸਾਹਿਬ ਤੁਸੀਂ ਤਾਂ ਪਰਮੇਸ਼ਰ ਰੂਪ ਹੈ, ਕਲਯੁਗੀ ਲੋਕਾਂ ਨੂੰ ਤਾਰਨ ਵਾਸਤੇ ਇਸ ਤਰ੍ਹਾਂ ਇਹ ਕਾਰਨ ਜਾਣ ਕੇ। ਤਨ ਕੋ ਧਾਰਨ ਕੀਨ ਪ੍ਰਭੂ। ਤੁਸੀਂ ਮਾਰਾ ਮਾਲਕ ਨੇ ਮਨੁੱਖਾ ਸਰੀਰ ਧਾਰਨ ਕੀਤਾ ਹੈ। ਸਿਖਨ ਹਿਤਕਾਰੀ ਜਗ ਮਹਿ ਭਾਰੀ। ਸਿੱਖਾਂ ਦੇ ਆਪ ਬੜੇ ਪ੍ਰੇਮੀ ਪਿਆਰੇ ਹੋ, ਸੰਸਾਰ ਦੇ ਵਿੱਚ ਬਹੁਤ ਭਾਰੀ। ਭਗਤ ਬਿਥਾਰੀ ਆਪ ਬਿਬੋ। ਆਪ ਭਗਤੀ ਫੈਲਾਈ, ਆਪ ਵਿਆਪਕ ਸਰੂਪ ਰੂਪ ਹੋ। ਦਾਸਨ ਸੁਖ ਦਾਤਾ ਪੁਰਖ ਵਿਧਾਤਾ। ਦਾਸਾਂ ਨੂੰ ਸੁਖਾਂ ਦੇ ਦਾਤਾ ਹੋ, ਇਸ ਤਰ੍ਹਾਂ ਵਿਧਾਤੇ ਪੁਰਖੋ ਰਚਣ ਵਾਲੇ ਹੋ ਸੰਸਾਰ ਨੂੰ। ਅਨ ਭੈ ਰਾਤਾ ਰੂਪ ਥਿਰੇ। ਜਿਹੜਾ ਅਨਭਵ ਸਰੂਪ ਉਹਦੇ ਵਿੱਚ ਤੁਸੀਂ ਕਹਿੰਦੇ ਰਤੇ ਹੋਏ ਤਦਾਕਾਰ ਹੋ, ਰੂਪ ਹੋਏ ਟਿਕੇ ਹੋਏ ਹੋ। ਜੈ ਜੈ ਗੁਰਦੇਵਾ ਲਖ ਅਪੇਵਾ। ਐਸੇ ਸਾਡੇ ਗੁਰਦੇਵ ਮਹਾਰਾਜ ਤੁਹਾਡੀ ਜੈ ਹੋਵੇ, ਜੈ ਹੋਵੇ। ਤੁਸੀਂ ਤਾਂ ਲਖਣੇ ਤੋਂ ਰੋਜ਼ ਭੇਦ ਤੋਂ ਰਹਿਤ ਵਾਹਿਗੁਰੂ ਦਾ ਸਰੂਪ ਹੋ। ਸੁਰ ਨਰ ਸੇਵਾ ਦੇਵ ਹਰੇ। ਨੇ ਦੇਵਤੇ ਆ ਮਨੁੱਖ ਹੈ ਸਭ ਦੇਵਤੇ ਜਿਹੜੇ ਹਰੇ ਵਿਸ਼ਨੂੰ ਵਰਗੇ ਉਹ ਆਪਦੀ ਸੇਵਾ ਵਿੱਚ ਹੈ। ਕਲ ਕਲੁਖ ਨਿਕੰਦਨ ਜਗ ਗੁਰ ਬੰਦਨ। ਜਿੰਨੇ ਕਲਯੁਗ ਦੇ ਕਲਕੀਏ ਪਾਪ ਉਹਨਾਂ ਨੂੰ ਕੱਟਣ ਵਾਲੇ ਸੰਸਾਰ ਦੇ ਨਮਸਕਾਰ ਕਰਨ ਯੋਗ। ਤਾਰਾ ਮੰਦਨ ਕਰ ਕਰਨਾ। ਜਿਹੜੇ ਭੈੜੇ ਲੋਕ ਉਹਨਾਂ ਤੇ ਵੀ ਕਿਰਪਾ ਕਰਕੇ ਤੁਸੀਂ ਧਾਰਦੇ ਹੋ। ਸਭ ਹਨ ਕੇ ਸੁਆਮੀ ਅੰਤਰ ਜਾਮੀ। ਅਸੀਂ ਸਿੱਖ ਸੇਵਕ ਹੈ, ਸਭ ਦੇ ਤੁਸੀਂ ਮਾਲਕ ਹੋ, ਦਿਲਾਂ ਦੀਆਂ ਜਾਣਨ ਵਾਲੇ ਹੋ। ਨਿਤ ਨਿਸ਼ਕਾਮੀ ਦੁਖ ਦਰਨਾ। ਆਪ ਹਮੇਸ਼ਾ ਕਾਮਨਾ ਤੋਂ ਰਹਿਤ, ਦੁੱਖਾਂ ਤੇ ਡਰਨ ਵਾਲੇ ਹੋ। ਔਰ ਇੱਛਾ ਪੂਰਨ ਸੰਕਟ ਚੂਰਨ। ਦੀਆਂ ਇੱਛਾ ਪੂਰੀਆਂ ਕਰਨ ਵਾਲੇ ਹੋ, ਦੁੱਖਾਂ ਨੂੰ ਚੂਰਾ ਚੂਰਾ ਕਰ ਦੇਣ ਵਾਲੇ ਹੋ। ਦਾਸਨ ਚੂਰਨ ਦੇ ਸਰਨਾ। ਦਾਸਾਂ ਨੂੰ ਸ਼ਰਨ ਰੂਪੀ ਚੂਰਨ ਦੇ ਕਰਕੇ ਦੁੱਖ ਨਾਦ ਕਰਦੇ ਹੋ ਆਪ ਜੀ। ਜੈ ਜੈ ਗੁਰ ਅਮਰੰ ਪਤ ਸਭ ਅਮਰੰ। ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਜੈ ਹੋਵੇ। ਆਪ ਜੀ ਜਵੇ ਜੈ ਹੋਵੇ। ਆਪ ਤਾਂ ਜਿਹੜਾ ਅਮਰ ਦੇਵਤੇ ਹੋ ਸਭ ਉਹਨਾਂ ਦੇ ਆਪ ਪਤ ਮਾਲਕ ਹੋ। ਸਦ ਅਜ ਅਮਰੰ ਹਮ ਪਰਨਾ। ਸਾਰਿਆਂ ਹਮੇਸ਼ਾ ਮਾਰਾ ਅਜਨਮਾ ਹਾਂ, ਅਮਰ ਹੋ। ਸਾਡੇ ਮਾਰਾ ਪਰਨਾ ਕੀ ਆਸਰਾ ਹੋ, ਸਹਾਰਾ ਹੋ। ਇਸ ਤਰ੍ਹਾਂ ਗੁਰਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਰਲ ਮਿਲ ਕੇ
ਗੁਰੂ ਮਹਾਰਾਜ ਅਮਰਦਾਸ ਸਾਹਿਬ ਜੀ ਨੂੰ ਪਰਮੇਸ਼ਰ ਰੂਪ ਜਾਣ ਕਰਕੇ ਸਤੋਤਰ ਕੀਤਾ, ਮਹਿਮਾ ਵਡਿਆਈ ਕੀਤੀ। ਇਸ ਤੋਂ ਬਾਅਦ ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਮੇਂ ਸਮੇਂ ਅਨੁਸਾਰ ਕੁਝ ਸਿਖਾਉਂਦੇ ਰਹੇ, ਦਰਸ਼ਨ ਦਿਦਾਰ ਕਰਦੇ ਰਹੇ, ਜਿਵੇਂ ਆਪ ਜੀ ਉਹਨਾਂ ਨੂੰ ਸੋ ਉਪਦੇਸ਼ ਬਖਸ਼ਦੇ ਰਹੇ। ਉਹ ਅਗਲੇ ਦੀਵਾਨਾਂ ਵਿੱਚ ਆਪਾਂ ਪ੍ਰਸੰਗ ਸੁਣ ਕੇ ਲਾਹੇ ਲਵਾਂਗੇ ਜੀ। ਉਰ ਇੱਛਾ ਪੂਰਨ ਸੰਕਟ ਚੂਰਨ, ਦਾਸਨ ਚੂਰਨ ਦੇ ਸਰਨਾ। ਜੈ ਜੈ ਗੁਰ ਅਮਰੰ ਪਤ ਸਭ ਅਮਰੰ, ਸਾਧ ਅਜ ਅਮਰੰ ਹਮ ਪਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਵਨਾਸ਼ੀ ਅਗਨਾਸ਼। हे पूरन हे सर्व मैं, दुख पंजन गुण सास। हे संगी हे निरंकार, हे निर्गुण सब टेर। हे गोविंद हे गुण निधान, यंके सदा विवेक। हे अपरंपर हर हरे, है पी हो बनहार। हे संतां कै सदा संग, निधारा आधार। हे ठाकुर हाँ दासरो, मैं निर्गुण गुण नहीं कोय। नानक दीजै नाम दान, राखो ही है परोय। आए प्रभु शरणागति, कृपा निध दयाल। एक अखर हर मन वसत, नानक होत निहाल। वाहिगुरु नाम जहाज है, चढ़े सो चरे पार। जो सरदा कर सेवंदे, गुरु पारे उतारन हार। जो सरदा कर सेवंदे, गुरु पारे उतारन हार। तुम ठाकुर तुम अरदास, जियो पिंड साव। ਸਗਲ ਸਮਗਰੀ